बहुत ही सत्कारयोग अध्यापक साहिबान ਅਤੇ प्यारे विद्यार्थियों, ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਟ ਅਤੇ ਵਾਧੂ ਮੰਗ ਦੀ ਸਮੱਸਿਆ ਕੀ ਹੈ ਤੇ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾ ਸਕਦਾ। ਸਰਕਾਰ ਕੋਲੇ, ਕੇਂਦਰੀ ਬੈਂਕ ਕੋਲੇ ਉਹ ਕਿਹੜੇ ਟੂਲਸ, ਉਹ ਕਿਹੜੇ ਸਾਧਨ ਆ ਜਿਨ੍ਹਾਂ ਦੇ ਨਾਲ ਘੱਟ ਮੰਗ ਅਤੇ ਵੱਧ ਮੰਗ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ। ਇਕੋਨਮੀ ਦੇ ਵਿੱਚ, ਅਰਥ ਵਿਵਸਥਾ ਦੇ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਆ। ਉਹਨਾਂ ਨੂੰ ਠੀਕ ਕਰਨ ਦੇ ਲਈ, ਅਰਥ ਵਿਵਸਥਾ ਨੂੰ ਸੰਤੁਲਨ ਦੀ ਹਾਲਤ ਦੇ ਵਿੱਚ ਰੱਖਣ ਦੇ ਲਈ ਸਰਕਾਰ ਵੱਲੋਂ ਤੇ ਦੇਸ਼ ਦੀ ਕੇਂਦਰੀ ਬੈਂਕ ਵੱਲੋਂ ਯਤਨ ਕੀਤੇ ਜਾਂਦੇ ਆ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਗੱਲ ਕਰਾਂਗੇ ਕਿ ਘੱਟ ਮੰਗ ਕੀ ਆ ਤੇ ਵੱਧ ਮੰਗ ਕੀ ਆ, ਤੇ ਫਿਰ ਉਸ ਦੀ ਸਮੱਸਿਆ ਦੇ ਹੱਲ ਦੇ ਲਈ ਸਰਕਾਰ ਕੋਲੇ ਅਤੇ ਕੇਂਦਰੀ ਬੈਂਕ ਕੋਲੇ ਕਿਹੜੇ ਟੂਲਸ ਆ, ਕਿਹੜੇ ਸਾਧਨ ਆ ਜਿਨ੍ਹਾਂ ਦੇ ਨਾਲ ਉਸ ਨੂੰ ਠੀਕ ਕੀਤਾ ਜਾ ਸਕਦਾ। ਸੋ ਸ਼ੁਰੂਆਤ ਕਰਦੇ ਹਾਂ। ਘੱਟ ਮੰਗ ਪਹਿਲਾਂ ਕੀ ਆ, ਤਾਂ ਡਾਇਗਰਾਮ ਜਿਹੜੀ ਆ ਉਹ ਬੱਚਿਆਂ ਨੂੰ ਮਤਲਬ ਕਿ ਸਮਝਣੀ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਹੈ ਕਿ ਅਸੀਂ ਹੇਠਾਂ ਜਿਹੜੀ OX ਅਕਸ ਦੇ ਉੱਤੇ ਉਤਪਾਦਨ ਅਤੇ ਆਮਦਨ ਨੂੰ ਦਰਸਾਉਂਦੇ ਆ ਤੇ OY ਅਕਸ ਦੇ ਉੱਤੇ ਜਿਸ ਤਰ੍ਹਾਂ ਤੁਹਾਡਾ ਗ੍ਰਾਫ ਪੇਪਰ ਹੁੰਦਾ ਤਾਂ ਕੁੱਲ ਮੰਗ ਅਤੇ ਕੁੱਲ ਪੂਰਤੀ। ਹੁਣ ਤੱਕ ਤੁਸੀਂ ਇਹ ਬਣਾਉਣੀ ਸਿੱਖ ਚੁੱਕੇ ਹੋਵੋਗੇ। ਤਾਂ ਜਿਹੜੀ ਪੂਰਤੀ ਵਕਰ ਆ ਉਹ ਇਸ ਤਰ੍ਹਾਂ 45 ਡਿਗਰੀ 'ਤੇ ਪਹਿਲਾਂ ਵਧਣਾ ਸ਼ੁਰੂ ਹੁੰਦੀ ਆ ਤੇ ਇੱਕ ਪੱਧਰ ਆ ਜਾਂਦਾ ਜਿੱਥੇ ਉਹ ਉੱਪਰ ਨੂੰ ਸਿੱਧੀ ਖੜੀ ਹੁੰਦੀ ਹੈ। ਤਾਂ ਇਹ ਪੂਰਨ ਜਿਹੜੀ ADF ਜਿਹੜੀ ਹੈਗੀ ਆ ਇਹ ਪੂਰਨ ਰੁਜ਼ਗਾਰ ਦੇ ਪੱਧਰ 'ਤੇ ਕੁੱਲ ਮੰਗ ਆ ਤੇ AS ਜਿਹੜੀ ਆ ਕੁੱਲ ਪੂਰਤੀ ਵਕਰ ਆ। ਤਾਂ ਇਹ ਜਿਹੜੀ QF ਉਤਪਾਦਨ ਅਤੇ ਆਮਦਨ ਦਾ ਉਹ ਪੱਧਰ ਆ ਪੂਰਨ ਰੁਜ਼ਗਾਰ ਦੇ ਪੱਧਰ ਦੇ ਉੱਤੇ। ਜਦੋਂ ਅਰਥ ਵਿਵਸਥਾ ਦੇ ਵਿੱਚ ਪੂਰਨ ਰੁਜ਼ਗਾਰ ਦਾ ਪੱਧਰ ਆ ਜਾਂਦਾ ਤਾਂ ਉਸ ਤੋਂ ਅੱਗੇ ਜਿਹੜੀ ਆ ਪੂਰਤੀ ਉਹਦੇ 'ਚ ਵਾਧਾ ਨਹੀਂ ਹੁੰਦਾ, ਉਹ ਸਿੱਧੀ ਉੱਪਰ ਨੂੰ ਰੇਖਾ ਜਿਹੜੀ ਆ ਉਹ ਖੜੀ ਹੋ ਜਾਂਦੀ ਆ। ਤਾਂ ਅਸੀਂ ਦੇਖਦੇ ਹਾਂ ਕਿ ਇਹ ਘੱਟ ਮੰਗ ਕੀ ਹੈਗੀ ਆ। ਪੂਰਨ ਰੁਜ਼ਗਾਰ ਦੇ ਪੱਧਰ ਉੱਤੇ ADF ਜਿਹੜੀ ਹੈ, ਜੇ ਇੰਨੀ ਕੁੱਲ ਮੰਗ ਹੋਵੇ ਤਾਂ EF ਦੇ ਉੱਤੇ ਅਰਥ ਵਿਵਸਥਾ ਸੰਤੁਲਨ ਵਿੱਚ ਹੋ ਸਕਦੀ ਆ। ਇੱਥੇ ਕੁੱਲ ਮੰਗ ਅਤੇ ਕੁੱਲ ਪੂਰਤੀ ਬਰਾਬਰ ਆ ਤੇ ਜਿਹੜਾ ਪੂਰਨ ਰੁਜ਼ਗਾਰ ਦਾ ਪੱਧਰ, ਮਤਲਬ ਕਿ ਸਾਰੇ ਸਾਧਨਾਂ ਨੂੰ ਜਿਹੜਾ ਰੁਜ਼ਗਾਰ ਆ ਉਹ ਮਿਲਿਆ ਹੋਇਆ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਥੱਲੇ ਜਿਹੜੀ ਰੈੱਡ ਲਾਈਨ ਜਿਹੜੀ ਹੈ ADU, ਇਹ ਜਿਹੜੀ ਆ ਅਲਪ ਉਹਨੂੰ ਰੁਜ਼ਗਾਰ ਨੂੰ ਦਰਸਾ ਰਹੀ ਆ, ਘੱਟ ਰੁਜ਼ਗਾਰ ਨੂੰ ਦਰਸਾ ਰਹੀ ਆ। ਤਾਂ ਇਹਦਾ ਪੱਧਰ ਜੋ ਨੀਵਾਂ ਹੈਗਾ, ਤਾਂ ਇਹੀ ਘੱਟ ਮੰਗ ਆ। ਹੋਣੀ ਕੀ ਚਾਹੀਦੀ ਸੀ? ADF ਦੇ ਬਰਾਬਰ ਹੋਣੀ ਚਾਹੀਦੀ ਸੀ, ਪਰ ਇਹ ਅਸਲ ਵਿੱਚ ਹੈ ਕਿੰਨੀ ਆ? ADU ਜਿਹੜਾ ਨੀਵਾਂ ਪੱਧਰ ਹੈ ਇਹਦਾ। ਤਾਂ ਇਹਨਾਂ ਦੇ ਵਿੱਚ ਡਿਫਰੈਂਸ ਜਿਹੜਾ ਹੈਗਾ, ਅੰਤਰ ਹੈਗਾ EF ਤੇ EU, ਇਹਨਾਂ ਦੋਨਾਂ ਵਕਰਸ ਦੇ ਵਿੱਚ ਅੰਤਰ ਹੈਗਾ, ਦੋਨਾਂ ਰੇਖਾਵਾਂ ਦੇ ਵਿੱਚ। ਤੇ ਇਹ ਜਿਹੜਾ ਹੈ ਅੰਤਰ ਨੂੰ ਕਿਹਾ ਜਾਂਦਾ ਹੈ ਵਿਸਫੀਤਕ ਅੰਤਰਾਲ। ਇਹ ਵਿਸਫੀਤਕ ਅੰਤਰਾਲ ਆ, ਮੰਦੀ ਦੇ ਦੌਰ ਦੀ ਨਿਸ਼ਾਨੀ ਹੈ ਇਹ। ਇਹਦੇ ਵਿੱਚ ਮੰਗ ਘੱਟ ਆ ਪਰ ਪੂਰਤੀ ਵੱਧ ਆ, ਤਾਂ ਇਹ ਅਰਥ ਵਿਵਸਥਾ ਦੇ ਵਾਸਤੇ ਠੀਕ ਨਹੀਂ ਹੁੰਦੀ। ਦੂਸਰੀ ਜਿਹੜੀ ਹੈਗੀ ਆ ਸਮੱਸਿਆ ਉਹ ਹੈਗੀ ਆ ਵਾਧੂ ਮੰਗ ਦੀ। ਸੇਮ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਹੈ। ਉਹ AS ਜਿਹੜੀ ਆ ਪੂਰਤੀ ਵਕਰ ਆ ਤੇ ADF ਸੇਮ ਇੱਥੋਂ ਤੱਕ ਉਹੀ ਆ। ਹੁਣ ਜਿਹੜਾ ਇਹ ਅੰਤਰ ਜਿਹੜਾ ਇਹਦਾ ਆਇਆ, ਇਹ ਲਾਈਨ ਜਿਹੜੀ ADU ਜਿਹੜੀ ਆ ਇਹ ਉੱਪਰ ਆ। ਹੁਣ ਮਤਲਬ ਭਾਵ ਇਸ ਤੋਂ ਕਿ ADF ਤੋਂ ਇਹ ਜਿਹੜੀ ਰੈੱਡ ਵਾਲੀ ਜਿਹੜੀ ਆ ਵਕਰ, ਕੁੱਲ ਮੰਗ ਵਕਰ ਜਿਹੜੀ ਆ ਇਹ ਉੱਪਰ ਆ। ਕੁੱਲ ਮੰਗ ਵੱਧਦਾ ਕਿੱਥੋਂ? ਪੂਰਨ ਰੁਜ਼ਗਾਰ ਦੇ ਪੱਧਰ ਤੋਂ। ਤਾਂ ਇਹ ਜਿਹੜਾ ਪੂਰਨ ਰੁਜ਼ਗਾਰ ਦਾ ਪੱਧਰ EF ਜਿਹੜਾ ਸੰਤੁਲਨ ਵਿੱਚ ਹੋਣਾ ਚਾਹੀਦਾ ਸੀਗਾ, ਪਰ ਇਹਨਾਂ ਦੇ ਵਿੱਚ ਇਦੋਂ ਜ਼ਿਆਦਾ ਹੈਗੀ ਆ EU EF। ਇਹ ਅੰਤਰ ਜਿਹੜਾ ਹੈਗਾ ਇਹ ਵਾਧੂ ਮੰਗ ਨੂੰ ਦਰਸਾ ਰਿਹਾ। ਇਸ ਨੂੰ ਸਫੀਤਕ ਅੰਤਰਾਲ ਜਿਹੜਾ ਉਹ ਕਿਹਾ ਜਾਂਦਾ। ਸੋ ਇਸ ਵਕਰ ਤੋਂ ਸਾਨੂੰ ਇਹ ਵਾਧੂ ਮੰਗ ਦਾ ਜਿਹੜਾ ਉਹ ਪਤਾ ਲੱਗਦਾ ਜਦੋਂ ਇਹ ਦੋਨੇ ਸਿਚੁਏਸ਼ਨ ਜਿਹੜੀ ਹੈਗੀ ਆ ਅਰਥ ਵਿਵਸਥਾ ਵਾਸਤੇ ਠੀਕ ਨਹੀਂ ਹੁੰਦੀ। ਜਦੋਂ ਘੱਟ ਮੰਗ ਆ ਤੇ ਜਿਹੜੀ ਅਰਥ ਵਿਵਸਥਾ ਉਹ ਹੇਠਾਂ ਨੂੰ ਨਿੱਗਰਦੀ ਜਾਂਦੀ ਆ, ਕਿਉਂਕਿ ਮੰਗ ਘੱਟ ਹੈਗੀ ਆ ਤਾਂ ਫਿਰ ਜਿਹੜੀ ਆ ਪੂਰਤੀ ਨਹੀਂ ਹੋਵੇਗੀ, ਉਤਪਾਦਨ ਨਹੀਂ ਹੋਵੇਗਾ, ਆਮਦਨ ਨਹੀਂ ਹੋਵੇਗੀ। ਤਾਂ ਇੱਦਾਂ ਜਿਹੜੀ ਅਰਥ ਵਿਵਸਥਾ ਥੱਲੇ ਹੀ ਥੱਲੇ ਜਿਹੜੀ ਆ ਤੁਰੀ ਜਾਂਦੀ ਆ।
ਵਾਧੂ ਮੰਗ ਦੇ ਵਿੱਚ ਜਦੋਂ ਹੋਵੇ ਤਾਂ ਫਿਰ ਕੀਮਤਾਂ ਵੱਧਦੀਆਂ, ਪੂਰਤੀ ਹੈ ਨਹੀਂ ਹੈ, ਪੂਰਤੀ EF ਆ, ਪਰ ਮੰਗ ਜਿਹੜੀ ਅਰਥ ਵਿਵਸਥਾ ਵਿੱਚ EU ਆ। ਤਾਂ ਇਹ ਹੁੰਦੀ ਕਦੋਂ ਆ ਜ਼ਿਆਦਾ, ਜਦੋਂ ਜਿਹੜੀ ਮੁਦਰਾ ਦਾ ਜਿਹੜਾ ਸਰਕੂਲੇਸ਼ਨ ਹੈਗਾ, ਮੁਦਰਾ ਦੀ ਪੂਰਤੀ ਆ ਅਰਥ ਵਿਵਸਥਾ ਦੇ ਵਿੱਚ ਜਦੋਂ ਵੱਧ ਹੋਵੇ, ਲੋਕਾਂ ਕੋਲੇ ਪੈਸਾ ਖਰਚ ਕਰਨ ਲਈ ਜ਼ਿਆਦਾ ਹੋਵੇ, ਉਨੀਆਂ ਵਸਤੂਆਂ ਨਾ ਹੋਣ, ਤਾਂ ਫਿਰ ਜਿਹੜੀ ਇਹ ਮੰਗ ਵੱਧਦਾ, ਤਾਂ ਇਹਦੇ ਨਾਲ ਜਿਹੜੀ ਆ ਉਹ ਕੀਮਤਾਂ ਦੇ ਵਿੱਚ ਜਿਹੜਾ ਉਹ ਵਾਧਾ ਹੁੰਦਾ, ਜਿਹੜਾ ਕਿ ਆਮ ਵਿਅਕਤੀ ਦੇ ਲਈ ਵੀ ਉਹ ਠੀਕ ਨਹੀਂ ਹੈ। ਤਾਂ ਇਹਨਾਂ ਦੋਨਾਂ ਹੀ ਜਿਹੜੀਆਂ ਸਮੱਸਿਆਵਾਂ, ਇਹਨਾਂ ਦਾ ਹੱਲ ਕਰਨ ਦੇ ਲਈ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਕਿ ਸਰਕਾਰ ਕੋਲੇ ਕਿਹੜੇ ਯੰਤਰ ਆ, ਬੈਂਕ ਕੋਲੇ ਕਿਹੜੇ ਯੰਤਰ ਆ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ। ਸੋ ਘੱਟ ਮੰਗ ਅਤੇ ਵਾਧੂ ਮੰਗ ਨੂੰ ਠੀਕ ਕਰਨ ਦੇ ਇਹਦੇ 'ਚ ਆਪਾਂ ਦੋ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਗਿਆ। ਇੱਕ ਤਾਂ ਸਾਖ ਦੀ ਉਪਲਬਧਤਾ ਦਾ ਨਿਯੰਤਰਣ ਕਰਨਾ, ਤੇ ਦੂਸਰੇ ਪਾਸੇ ਇਹ ਸਾਖ ਜਿਹੜਾ ਹੈਗਾ ਇਹ ਮੌਦਰਿਕ ਨੀਤੀ ਦਾ ਹਿੱਸਾ ਜਿਹੜਾ ਹੈਗਾ। ਮੌਦਰਿਕ ਨੀਤੀ ਰਾਹੀਂ ਸਾਖ ਨੂੰ ਜਿਹੜਾ ਉਹ ਨਿਯੰਤਰਣ ਕੀਤਾ ਜਾਂਦਾ, ਨਿਯੰਤਰਣ ਕੰਟਰੋਲ ਦੇ ਵਿੱਚ ਲਿਆਂਦਾ ਜਾਂਦਾ। ਜਦੋਂ ਘੱਟ ਮੰਗ ਹੁੰਦੀ ਆ ਤੇ ਉਹਦੀ ਮਾਤਰਾ ਵਧਾਈ ਜਾਂਦੀ ਆ, ਜਦੋਂ ਵਾਧੂ ਮੰਗ ਹੁੰਦੀ ਆ ਤੇ ਉਹਦੀ ਮਾਤਰਾ ਘਟਾਈ ਜਾਂਦੀ ਆ। ਦੂਸਰੇ ਪਾਸੇ ਆ ਰਾਜਕੋਸ਼ੀ ਨੀਤੀ, ਇਹ ਸਰਕਾਰ ਦੇ ਖਰਚ ਤੇ ਸਰਕਾਰੀ ਆਮਦਨ ਜਿਹੜੀ ਆ ਇਹਦੇ ਵਿੱਚ ਤਬਦੀਲੀ ਲਿਆਉਣ ਦਾ ਇਹ ਉਪਾਅ ਹੈਗਾ। ਤਾਂ ਮੌਦਰਿਕ ਨੀਤੀ ਦੇ ਵਿੱਚ ਇਹ ਉਹ ਨੀਤੀ ਆ ਜਿਹੜੀ ਕਿਸੇ ਦੇਸ਼ ਦੀ ਸਰਕਾਰ ਜਾਂ ਕੇਂਦਰੀ ਬੈਂਕ ਵਿਸ਼ੇਸ਼ ਟੀਚਿਆਂ ਦੀ ਪ੍ਰਾਪਤੀ ਲਈ ਪਹਿਲਾਂ ਤਾਂ ਨੰਬਰ 1 ਕਰਦੀ ਆ ਕਿ ਮੁਦਰਾ ਦੀ ਪੂਰਤੀ ਨੂੰ ਕੰਟਰੋਲ ਕਰਦੀ ਆ, ਫਿਰ ਮੁਦਰਾ ਦੀ ਲਾਗਤ ਜਾਂ ਵਿਆਜ ਦਰ ਨੂੰ ਨਿਰਧਾਰਿਤ ਕਰਦੀ ਆ, ਤੇ ਤੀਸਰਾ ਹੈਗਾ ਇਹਦੇ 'ਚ ਕਿ ਮੁਦਰਾ ਦੀ ਪ੍ਰਾਪਤੀ ਨੂੰ ਕੰਟਰੋਲ ਕਰਦੀ ਆ। ਇਹ ਤਿੰਨ ਚੀਜ਼ਾਂ ਇਹਦੇ ਵਿੱਚ ਜਿਹੜੇ ਉਹ ਇਹਦੇ ਉਪਾਅ ਜਿਹੜੇ ਆ ਉਹ ਮੰਨੇ ਜਾਂਦੇ ਆ। ਤਾਂ ਉਪਾਅ ਕਿਹੜੇ ਕਿਹੜੇ ਆ? ਦੋ ਤਰ੍ਹਾਂ ਦੇ ਆ, ਇੱਕ ਮਾਤਰਾਤਮਕ ਉਪਾਅ ਤੇ ਇੱਕ ਹੈ ਗੁਣਾਤਮਕ ਉਪਾਅ। ਤਾਂ ਇਹਨਾਂ ਬਾਰੇ ਆਪਾਂ ਪਹਿਲਾਂ ਗੱਲ ਕਰਾਂਗੇ, ਮਾਤਰਾਤਮਕ ਤੇ ਫਿਰ ਗੁਣਾਤਮਕ, ਫਿਰ ਅੱਗੇ ਆਪਾਂ ਰਾਜਕੋਸ਼ੀ ਨੀਤੀ ਵੱਲ ਚੱਲਾਂਗੇ। ਤਾਂ ਪਹਿਲਾਂ ਮਾਤਰਾਤਮਕ ਉਪਾਅ ਕਿਹੜੇ ਹੈਗੇ ਆ? ਬੈਂਕ ਦਰ ਜਿਹੜੀ ਹੈਗੀ ਆ ਇਹ ਦੀਰਘ ਕਾਲ ਦੇ ਲਈ ਜਿਹੜੀਆਂ ਕੇਂਦਰੀ ਬੈਂਕ ਹੈਗੀ ਆ ਵਪਾਰਕ ਬੈਂਕਾਂ ਨੂੰ ਕਰਜ਼ ਦਿੰਦੀ ਆ, ਤੇ ਉਹ ਜਿਹੜਾ ਲੰਬੇ ਸਮੇਂ ਦੇ ਲਈ ਆ, ਤੇ ਉਹ ਵਿਆਜ ਦਰ ਹੈ। ਬੈਂਕ ਦਰ ਕੀ ਆ? ਵਿਆਜ ਦਰ ਆ। ਤਾਂ ਜਦੋਂ ਬੈਂਕ ਚਾਹੁੰਦੀ ਆ ਕਿ ਮੁਦਰਾ ਦੀ ਪੂਰਤੀ ਵਧਾਈ ਜਾਵੇ ਤਾਂ ਉਹ ਬੈਂਕ ਦਰ ਘਟਾਈ ਜਾਂਦੀ ਆ, ਉਹ ਜਿਹੜੀ ਆ ਉਹ ਕਰਜ਼ ਸਸਤਾ ਹੋ ਜਾਂਦਾ। ਬੈਂਕਾਂ, ਵਪਾਰਕ ਬੈਂਕਾਂ ਕੇਂਦਰੀ ਬੈਂਕ ਤੋਂ ਲੈ ਕੇ ਅੱਗੇ ਜਿਹੜੇ ਆ ਉਹ ਲੋਕ ਜਿਹੜੇ ਆ ਦੇਸ਼ ਦੇ ਉਹਨਾਂ ਨੂੰ ਜ਼ਿਆਦਾ ਦਿੰਦੇ ਆ। ਜਦੋਂ ਵਾਧੂ ਮੰਗ ਹੋਵੇ ਤੇ ਬੈਂਕ ਦਰ ਜਿਹੜੀ ਉਹ ਵਧਾਈ ਜਾਂਦੀ ਆ, ਤਾਂ ਇਹਦੇ ਨਾਲ ਜਿਹੜੀ ਮੁਦਰਾ ਦੀ ਪੂਰਤੀ ਆ ਉਹ ਘਟਾਉਣ ਦੀ ਯਤਨ ਕੀਤਾ ਜਾਂਦਾ, ਤੇ ਇਹਦੇ ਨਾਲ ਜਿਹੜੀ ਉਹ ਪੂਰਤੀ ਜਿਹੜੀ ਆ ਉਹ ਘਟਦੀ ਆ, ਤੇ ਜਿਹੜਾ ਪੱਧਰ ਆ ਉਹ ਨੀਵਾਂ ਹੋ ਜਾਂਦਾ। ਫਿਰ ਆ ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਹੈਗੀਆਂ, ਓਪਨ ਮਾਰਕੀਟ ਆਪਰੇਸ਼ਨਸ ਹੈਗਾ। ਇਹ ਸਿਕਿਉਰਿਟੀਜ਼, ਗਵਰਨਮੈਂਟ ਸਿਕਿਉਰਿਟੀਜ਼ ਵਗੈਰਾ ਖਰੀਦੀਆਂ ਤੇ ਵੇਚੀਆਂ ਜਾਂਦੀਆਂ। ਜਦੋਂ ਸਰਕਾਰ ਰਾਹੀਂ ਬੈਂਕ ਜਿਹੜੀ ਆ ਉਹ ਸਿਕਿਉਰਿਟੀਜ਼ ਖਰੀਦ ਲੈਂਦੀ ਹੈ ਤਾਂ ਪੈਸਾ, ਮੁਦਰਾ ਜਿਹੜੀ ਆ ਲੋਕਾਂ ਕੋਲ ਚਲ ਜਾਂਦਾ। ਜਦੋਂ ਵੇਚ ਦਿੰਦੀ ਆ ਤਾਂ ਫਿਰ ਉਹ ਪੈਸਾ ਜਿਹੜਾ ਉਹਦੇ ਬੈਂਕ ਕੋਲੇ ਆ ਜਾਂਦਾ। ਤਾਂ ਇੱਦਾਂ ਵੀ ਇਹਦੀ ਪੂਰਤੀ ਜਿਹੜੀ ਕੰਟਰੋਲ ਹੁੰਦੀ ਆ। ਨਕਦ ਰਾਖਵਾਂ ਅਨੁਪਾਤ ਜਿਹੜਾ ਹੈਗਾ ਉਹ ਬੈਂਕਾਂ ਨੂੰ ਆਪਣਾ ਕੁਝ, ਜਿੰਨੀ ਉਹਦੇ ਕੋਲੇ ਪੂੰਜੀ ਹੁੰਦੀ ਆ ਬੈਂਕ ਕੋਲੇ, ਤਾਂ ਉਹਦਾ ਕੁਝ ਹਿੱਸਾ ਜਿਹੜਾ ਉਸ ਨੂੰ ਨਕਦ ਰੂਪ ਦੇ ਵਿੱਚ ਰੱਖਣਾ ਪੈਂਦਾ। ਤਾਂ ਉਹ ਵੀ ਜਦੋਂ ਘੱਟ ਮੰਗ ਹੋਵੇ ਤਾਂ ਇਹ CRR ਨੂੰ ਘਟਾਇਆ ਜਾਂਦਾ, ਤੇ ਨਹੀਂ ਤਾਂ ਵਧਾਇਆ ਜਾਂਦਾ। ਕਾਨੂੰਨੀ ਤਰਲਤਾ ਅਨੁਪਾਤ ਦੇ ਵਿੱਚ ਇਹ ਵੀ ਉਹਨਾਂ ਨੂੰ ਤਰਲ ਰੂਪ ਦੇ ਵਿੱਚ ਜਿਹੜੀ ਜਿਹੜੀ ਰਾਸ਼ੀ ਹੈਗੀ ਆ ਬੈਂਕਾਂ ਨੂੰ ਰੱਖਣੀ ਪੈਂਦੀ ਆ। ਤਾਂ ਇਹ ਵੀ ਇਹਦੇ 'ਚ ਕਮੀ ਤੇ ਵਾਧਾ ਕੀਤਾ ਜਾਂਦਾ। ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਕਿ ਕਿਸ ਸਿਚੁਏਸ਼ਨ ਦੇ ਵਿੱਚ ਵਧਾਇਆ ਜਾਵੇਗਾ ਤੇ ਕਿਸ ਵਿੱਚ ਘਟਾਇਆ ਜਾਵੇਗਾ। ਰੈਪੋ ਦਰ ਜਿਹੜੀ ਆ, ਰੈਪੋ ਦਰ ਹੈ ਵਿਆਜ ਦੀ ਉਹ ਦਰ ਆ ਅਲਪਕਾਲ ਦੇ ਲਈ ਜਿਹੜੀਆਂ ਵਪਾਰਕ ਬੈਂਕਾਂ ਉਹ ਕੇਂਦਰੀ ਬੈਂਕ ਤੋਂ ਕਰਜ਼ ਲੈਂਦੀਆਂ, ਤਾਂ ਉਹ ਇੱਕ ਵਿਆਜ ਦੀ ਦਰ ਆ। ਉਹ ਵਪਾਰਕ ਬੈਂਕਾਂ ਕੇਂਦਰੀ ਬੈਂਕ ਦੇ ਨਾਲ ਇੱਕ ਸਮਝੌਤਾ ਕਰਦੀਆਂ ਕਿ ਇੰਨੇ ਚਿਰ ਬਾਅਦ ਅਸੀਂ ਜਦੋਂ ਵਾਪਸ ਕਰਾਂਗੇ ਤੇ ਇਹ ਜਿਹੜਾ ਵਿਆਜ ਦਰ ਜਿਹੜੀ ਆ ਉਹ ਦਿੱਤੀ ਜਾਵੇ। ਤਾਂ ਉਹ ਵਿਆਜ ਦੀ ਦਰ ਜਿਹੜੀ ਹੈਗੀ ਆ ਉਹ ਇੱਕ ਰੈਪੋ ਦਰ ਹੈਗੀ ਆ। ਇਹ ਜਿਹੜਾ ਵਿਆਜ ਹੈਗਾ, ਇਹ ਜਿਹੜਾ ਕਰਜ਼ ਹੈਗਾ ਬੈਂਕਾਂ ਕੇਂਦਰੀ ਬੈਂਕ ਵੱਲੋਂ ਜਿਹੜੀਆਂ ਵਪਾਰਕ ਬੈਂਕਾਂ ਨੂੰ ਦਿੱਤਾ ਜਾਂਦਾ, ਇਹ ਅਲਪਕਾਲ ਦੇ ਲਈ ਆ। ਜਿਹੜਾ ਉੱਪਰ ਬੈਂਕ ਰੇਟ ਵਾਲੀ ਗੱਲ ਕੀਤੀ ਸੀ ਉਹ ਦੀਰਘ ਕਾਲ ਦੇ ਲਈ ਆ, ਉਹ ਲੰਬੇ ਸਮੇਂ ਲਈ ਆ। ਇਹ ਅੰਤਰ ਹੈ ਇਹਦੇ ਵਿੱਚ। ਰਿਵਰਸ ਰੈਪੋ ਦਰ ਹੈ ਕਿ ਜਦੋਂ ਬੈਂਕਾਂ ਕੋਲੇ ਪੈਸਾ ਵਾਧੂ ਹੁੰਦਾ ਤਾਂ ਉਹ ਆਪਣੇ ਪੈਸੇ ਜਿਹੜੇ ਆ RBI ਨੂੰ ਦੇ ਸਕਦੇ ਆ, ਰਿਜ਼ਰਵ ਬੈਂਕ ਆਫ ਇੰਡੀਆ ਨੂੰ, ਜਾਂ ਦੇਸ਼ ਦੀ ਕੇਂਦਰੀ ਬੈਂਕ ਨੂੰ ਦੇ ਸਕਦੇ ਆ। ਤਾਂ ਇਹ ਉਹ ਦਰ ਜਿਹੜੀ ਹੈਗੀ ਆ, ਜਿਹੜੀ ਕੇਂਦਰੀ ਬੈਂਕ ਜਿਹੜੀ ਆ ਵਿਆਜ ਦੀ ਦਰ ਦੇਵੇਗੀ ਵਪਾਰਕ ਬੈਂਕਾਂ ਨੂੰ,
ਤਾਂ ਇਹ ਹੋ ਗਈ ਰਿਵਰਸ ਰੈਪੋ ਦਰ ਹੋ ਗਈ। ਤਾਂ ਇਹਨਾਂ ਬਾਰੇ ਥੋੜ੍ਹਾ ਅੱਗੇ ਵੀ ਹੋਏਗਾ ਡਿਟੇਲ ਦੇ ਵਿੱਚ। ਗੁਣਾਤਮਕ ਉਪਾਅ ਜਿਹੜੇ ਹੈਗੇ ਆ, ਇਹ ਜਿਹੜੀ ਇੱਕ ਤਾਂ ਸੀਮਾਂਤ ਜ਼ਰੂਰਤਾਂ ਦੇ ਵਿੱਚ ਪਰਿਵਰਤਨ। ਜਦੋਂ ਸੀਮਾਂਤ ਜ਼ਰੂਰਤਾਂ ਕੀ ਹੁੰਦੀਆਂ, ਜਦੋਂ ਕੋਈ ਵੀ ਬੈਂਕ ਜਿਹੜੀ ਆ ਕਰਜ਼ ਦਿੰਦੀ ਆ, ਤਾਂ ਮੰਨ ਲਓ ਕਿਸੇ ਘਰ ਦੇ ਉੱਤੇ ਉਹਨਾਂ ਨੇ ਕਰਜ਼ ਜਿਹੜਾ ਉਹ ਦੇਣਾ, ਤਾਂ ਉਹਦੀ ਮਤਲਬ ਕਿ ਉਹਦਾ ਕਿੰਨਾ ਕਰਜ਼ ਜਿਹੜਾ ਉਹਦਾ ਦਿੱਤਾ ਜਾਵੇਗਾ, ਕਿੰਨਾ ਲੋਨ ਦਿੱਤਾ ਜਾਵੇਗਾ, ਕਿੰਨਾ ਸਾਖ ਦਿੱਤਾ ਜਾਵੇਗਾ, ਉਹ ਇਹਦੇ 'ਤੇ ਸੀਮਾਂਤ ਜ਼ਰੂਰਤਾਂ 'ਤੇ ਨਿਰਭਰ ਕਰਦਾ। ਜਿਵੇਂ 10 ਲੱਖ ਦੀ ਕੋਠੀ ਆ ਕੋਈ, ਤਾਂ ਜਿਹੜੀ ਆ ਬੈਂਕ ਹੈਗੀ ਆ ਉਹਨੂੰ 10 ਲੱਖ ਦਾ 10 ਲੱਖ ਹੀ ਲੋਨ ਨਹੀਂ ਦੇਵੇਗੀ, ਉਹਨੂੰ ਦੇਵੇਗੀ 8 ਲੱਖ। ਤਾਂ ਇਹ ਜਿਹੜਾ 2 ਲੱਖ ਜਿਹੜਾ ਘਟਾਇਆ, ਇਹ ਉਹਦੀ ਸੀਮਾਂਤ ਜ਼ਰੂਰਤ ਦਾ ਇੱਕ ਲੈਵਲ ਜਿਹੜਾ ਉਹਨਾਂ ਨੇ ਰੱਖਿਆ। ਤੇ ਜੇ ਦੇਸ਼ ਦੇ ਵਿੱਚ ਘੱਟ ਮੰਗ ਜਾਂ ਵੱਧ ਮੰਗ ਨੂੰ ਠੀਕ ਕਰਨ ਦੀ ਕੋਈ ਸਮੱਸਿਆ ਨਾ ਹੋਵੇ, ਤਾਂ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਇਹਦੇ 'ਚ ਵਾਧਾ ਕੀਤਾ ਜਾਂਦਾ, ਕਿਵੇਂ ਇਹਦੇ 'ਚ ਕਮੀ ਕੀਤੀ ਜਾਂਦੀ ਹੈ। ਫਿਰ ਇਹ ਸਾਖ ਦੀ ਰਾਸ਼ਨਿੰਗ ਹੁੰਦੀ ਆ ਕਿ ਜਿਵੇਂ ਖੇਤੀਬਾੜੀ ਖੇਤਰ ਆ ਜਾਂ ਉਦਯੋਗਿਕ ਖੇਤਰ ਆ ਜਾਂ ਸੇਵਾ ਖੇਤਰ ਹੈਗਾ, ਤਾਂ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਕਿਸ ਖੇਤਰ ਨੂੰ ਜਿਹੜਾ ਹੋਰ ਸਾਖ ਦਾ ਜਿਹੜਾ ਨਿਰਮਾਣ ਆ ਉਹ ਕੀਤਾ ਜਾਣਾ, ਸਾਖ ਦਿੱਤਾ ਜਾਣਾ। ਤਾਂ ਇਹ ਵੀ ਜਿਹੜੀ ਆ ਉਹ ਦੇਸ਼ ਦੀ ਜਿਹੜੀ ਸਮੱਸਿਆ ਘੱਟ ਮੰਗ ਜਾਂ ਵੱਧ ਮੰਗ ਦੀ ਸਮੱਸਿਆ ਨੂੰ ਦੇਖ ਕੇ ਹੀ ਜਿਹੜਾ ਉਹ ਫਿਕਸ ਕੀਤਾ ਜਾਂਦਾ। ਫਿਰ ਹੈਗੀ ਆ ਪ੍ਰਤੱਖ ਕਾਰਵਾਈ, ਕਿਉਂਕਿ ਰਿਜ਼ਰਵ ਬੈਂਕ ਜਿਹੜੀ ਹੈਗੀ ਆ ਮੁਦਰਾ ਨੀਤੀ ਜਿਹੜੀ ਆ ਉਹ ਬੈਂਕ ਰਾਹੀਂ ਲਾਗੂ ਹੁੰਦੀ ਆ, ਤੇ ਜਿਹੜੀਆਂ ਸਾਰੀਆਂ ਵਪਾਰਕ ਬੈਂਕਾਂ ਹੈਗੀਆਂ ਉਹ RBI ਦੇ ਭਾਰਤ ਦੀ ਜਿਹੜੀ ਕੇਂਦਰੀ ਬੈਂਕ ਹੈਗੀ ਆ ਉਹ ਰਿਜ਼ਰਵ ਬੈਂਕ ਆਫ ਇੰਡੀਆ, ਤੇ ਉਹਦੇ ਅਧੀਨ ਸਾਰੀਆਂ ਵਪਾਰਕ ਬੈਂਕਾਂ ਜਿਹੜੀਆਂ ਕੰਮ ਕਰਦੀਆਂ। ਤਾਂ ਜਦੋਂ ਦੇਸ਼ ਦੇ ਵਿੱਚ ਘੱਟ ਮੰਗ ਜਾਂ ਵੱਧ ਮੰਗ ਦੀ ਸਮੱਸਿਆ ਹੁੰਦੀ ਆ, ਉਸ ਨੂੰ ਹੱਲ ਕਰਨ ਦੇ ਲਈ ਕੁਝ ਹਦਾਇਤਾਂ ਹੁੰਦੀਆਂ, ਦਿੱਤੀਆਂ ਜਾਂਦੀਆਂ ਬੈਂਕ ਵੱਲੋਂ। ਤੇ ਜੇ ਕੋਈ ਬੈਂਕ ਉਹਨੂੰ ਨਹੀਂ ਮੰਨਦੀ ਜਾਂ ਨਹੀਂ ਪੂਰਾ ਕਰਦੀ, ਤਾਂ ਫਿਰ ਉਹਨਾਂ 'ਤੇ ਪ੍ਰਤੱਖ ਤੌਰ 'ਤੇ ਕਾਰਵਾਈ ਕੀਤੀ ਜਾਂਦੀ ਆ। ਫਿਰ ਹੈਗਾ ਨੈਤਿਕ ਪ੍ਰਭਾਵ, ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਦੇ ਉੱਤੇ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਂਦਾ, ਤੇ ਤਾਂ ਕਿ ਵਪਾਰਕ ਬੈਂਕਾਂ ਵੀ ਸਹਿਯੋਗ ਕਰਨ ਕੇਂਦਰੀ ਬੈਂਕ ਦੇ ਨਾਲ ਤੇ ਸਰਕਾਰ ਦੇ ਨਾਲ, ਤਾਂ ਕਿ ਜਿਹੜੀਆਂ ਉਹ ਸਮੱਸਿਆਵਾਂ ਜਿਹੜੀਆਂ ਉਹ ਹੱਲ ਕੀਤੀਆਂ ਜਾ ਸਕਣ। ਪ੍ਰਚਾਰ, ਤਾਂ ਕੇਂਦਰੀ ਬੈਂਕ ਜਿਹੜੀ ਆ ਮੌਦਰਿਕ ਨੀਤੀ ਰਾਹੀਂ ਪ੍ਰਚਾਰ ਵੀ ਕਰਦੀ ਆ। ਜਦੋਂ ਘੱਟ ਮੰਗ ਹੁੰਦੀ ਆ ਤਾਂ ਉਦੋਂ ਪ੍ਰਚਾਰ ਕੀਤਾ ਜਾਂਦਾ, ਵੱਧ ਤੋਂ ਵੱਧ ਜਿਹੜਾ ਉਹ ਸਾਖ ਦਾ ਨਿਰਮਾਣ ਕੀਤਾ ਜਾਵੇ ਤੇ ਲੋਕ ਉਹਦੀ ਵੱਧ ਤੋਂ ਵੱਧ ਵਰਤੋਂ ਕਰਨ, ਤਾਂ ਕਿ ਜਿਹੜੀ ਦੇਸ਼ ਦੇ ਵਿੱਚ ਘੱਟ ਮੰਗ ਆ ਉਹਨੂੰ ਠੀਕ ਕੀਤਾ ਜਾਵੇ। ਤੇ ਜਦੋਂ ਵੱਧ ਮੰਗ ਹੁੰਦੀ ਆ, ਜਦੋਂ ਕੀਮਤਾਂ ਲਗਾਤਾਰ ਵੱਧ ਰਹੀਆਂ, ਤੇ ਉਦੋਂ ਇਹ ਪ੍ਰਚਾਰ ਕੀਤਾ ਜਾਂਦਾ ਕਿ ਸਾਖ ਜਿਹੜਾ ਹੈਗਾ ਉਹ ਮੁਦਰਾ ਦੀ ਪੂਰਤੀ ਨੂੰ ਘਟਾਇਆ ਜਾਵੇ, ਜਿਹੜਾ ਕੋਈ ਪਰਸਨਲ ਲੋਨ ਜਾਂ ਹੋਰ ਜਿਹੜੇ ਉਹ ਲੋਨ ਆ ਜਾਂ ਸਾਖ ਆ ਉਹਦਾ ਨਿਰਮਾਣ ਨਾ ਕੀਤਾ ਜਾਵੇ। ਤਾਂ ਇਹ ਪ੍ਰਚਾਰ ਦੇ ਰਾਹੀਂ ਦੱਸਿਆ ਜਾਂਦਾ। ਹੁਣ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਆਪਾਂ ਕਰਦੇ ਹਾਂ। ਬੈਂਕ ਦਰ ਜਿਹੜੀ ਆ ਉਹ ਨਿਊਨਤਮ ਵਿਆਜ ਦਰ ਜਿਹੜੀ ਕੇਂਦਰੀ ਬੈਂਕ ਦੁਆਰਾ ਵਪਾਰਕ ਬੈਂਕਾਂ ਨੂੰ ਦੀਰਘਕਾਲੀਨ ਕਰਜ਼ ਜਿਹੜਾ ਉਹ ਦਿੱਤਾ ਜਾਂਦਾ। ਦੀਰਘਕਾਲੀਨ ਕਰਜ਼ੇ ਜਦੋਂ ਦਿੱਤੇ ਜਾਂਦੇ ਆ, ਤੇ ਜਿਹੜੀ ਵਿਆਜ ਦੀ ਦਰ ਹੁੰਦੀ ਆ ਉਸ ਨੂੰ ਕਹਿੰਦੇ ਆ ਬੈਂਕ ਰੇਟ। ਤਾਂ ਇਹ RBI ਜਿਹੜੀ ਆ ਉਹ ਬੈਂਕਾਂ ਨੂੰ ਲੰਬੇ ਸਮੇਂ ਦੇ ਲਈ ਜਿਹੜੀ ਉਹ ਕਰਜ਼ ਦਿੰਦੀ ਆ, ਉਹ ਅੱਗੇ ਜਾ ਕੇ ਉਹਨਾਂ ਨੇ ਗ੍ਰਾਹਕਾਂ ਨੂੰ ਜਿਹੜਾ ਉਹ ਦੇਣਾ ਹੁੰਦਾ। ਫਿਰ ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ, ਓਪਨ ਮਾਰਕੀਟ ਆਪਰੇਸ਼ਨਸ, ਇਹਦੇ 'ਚ ਕੇਂਦਰੀ ਬੈਂਕ ਦੁਆਰਾ ਅਰਥ ਵਿਵਸਥਾ ਵਿੱਚ ਪ੍ਰਤੀਭੂਤੀਆਂ, ਸਿਕਿਉਰਿਟੀਜ਼, ਸਰਟੀਫਿਕੇਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਵੇਚ ਕੇ ਜਾਂ ਖਰੀਦ ਕੇ ਮੁਦਰਾ ਦੀ ਪੂਰਤੀ ਨੂੰ ਪ੍ਰਭਾਵਿਤ ਕੀਤਾ ਜਾਂਦਾ। ਤੇ ਇਹਦੇ ਬਾਰੇ ਆਪਾਂ ਗੱਲ ਕਰਦੇ। ਜੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਤਾਂ ਉਹ ਖਰੀਦਦੀ ਹੈ ਸਿਕਿਉਰਿਟੀਜ਼, ਤਾਂ ਇਹਦਾ ਮਤਲਬ ਜਿਹੜੀ ਮੁਦਰਾ ਹੈਗੀ ਆ ਉਹ ਕੰਜ਼ਿਊਮਰ ਉਹਨਾਂ ਲੋਕਾਂ ਕੋਲ ਚਲ ਜਾਏਗੀ ਜਿਹੜੇ ਉਹਨੂੰ ਵੇਚ ਰਹੇ ਆ। ਤੇ ਜੇ ਉਹ ਵੇਚਦੀ ਆ ਤਾਂ ਫਿਰ ਮੁਦਰਾ ਜਿਹੜੀ ਆ ਪੈਸਾ ਜੋ ਹੈ ਮੁਦਰਾ ਦੀ ਪੂਰਤੀ ਉਹ ਬੈਂਕ ਕੋਲੇ ਆ ਜਾਵੇਗੀ। ਤਾਂ ਇੱਦਾਂ ਮੁਦਰਾ ਨੂੰ ਕੰਟਰੋਲ ਜਿਹੜਾ ਉਹ ਕੀਤਾ ਜਾਂਦਾ। ਜਿਹੜਾ ਨਕਦ ਰਾਖਵਾਂ ਅਨੁਪਾਤ, ਕੈਸ਼ ਰਿਜ਼ਰਵ ਰੇਸ਼ੋ, ਵਪਾਰਕ ਬੈਂਕਾਂ ਵੱਲੋਂ ਆਪਣੀ ਜਮ੍ਹਾਂ ਰਾਸ਼ੀ ਦਾ ਨਿਸ਼ਚਿਤ ਅਨੁਪਾਤ RBI ਕੋਲ ਰਾਖਵਾਂ ਰੱਖਿਆ ਜਾਂਦਾ। ਜਿਵੇਂ ਇੱਥੇ ਹੈਗਾ CRR ਜਿਹੜਾ 40 ਰੁਪਏ ਆ, ਤਾਂ ਮੰਨ ਲਓ ਬੈਂਕ ਕੋਲੇ 1000 ਕਰੋੜ ਰੁਪਈਆ ਹੈਗਾ, ਤੇ ਉਹਦਾ ਜਿਹੜਾ 40 ਰੁਪਏ ਜਿਹੜੇ ਹੈਗੇ ਆ ਉਹ RBI ਕੋਲੇ ਰੱਖੇ ਜਾਣਗੇ, ਤੇ ਜਿਹੜੇ 960 ਰੁਪਏ ਜਿਹੜੇ ਆ ਉਹ ਵਪਾਰਕ ਬੈਂਕ ਕੋਲੇ ਰਹਿ ਜਾਣਗੇ। ਤਾਂ ਇਹ ਜਿਹੜੀ ਸਮੱਸਿਆ, ਜੇ ਇਹ ਰੇਟ ਵਧਾਇਆ ਜਾਂਦਾ ਤਾਂ ਫਿਰ ਉਹ ਜਿਹੜੇ ਜ਼ਿਆਦਾ ਪੈਸੇ ਜਿਹੜੇ ਆ, ਜ਼ਿਆਦਾ ਮੁਦਰਾ ਜਿਹੜੀ ਆ ਉਹ RBI ਕੋਲ ਰਹੇਗੀ। ਜੇ ਇਹ ਰੇਟ ਘਟਾਇਆ ਜਾਂਦਾ CRR, ਤਾਂ ਫਿਰ RBI ਕੋਲੇ ਘੱਟ ਪੈਸੇ ਰਹਿਣਗੇ ਤੇ ਬੈਂਕ ਕੋਲੇ ਵੱਧ ਪੈਸੇ ਜਾਣਗੇ।
ਤਾਂ ਤੁਸੀਂ ਸਮਝ ਵੀ ਗਏ ਹੋਗੇ ਕਿ ਜਦੋਂ ਤਾਂ ਮੁਦਰਾ ਦੀ ਪੂਰਤੀ ਵਧਾਉਣੀ ਆ ਤਾਂ ਫਿਰ ਇਸ ਨੂੰ ਘਟਾਇਆ ਜਾਂਦਾ, ਤੇ ਜੇ ਘਟਾਉਣੀ ਆ ਤੇ ਇਸ CRR ਨੂੰ ਵਧਾ ਦਿੱਤਾ ਜਾਂਦਾ ਤਾਂ ਕਿ RBI ਕੋਲ ਪੈਸੇ ਜ਼ਿਆਦਾ ਰਹਿਣ, ਕਿ ਵਪਾਰਕ ਬੈਂਕਾਂ ਕੋਲ ਘੱਟ ਰਹਿਣ ਤੇ ਉਹ ਘੱਟ ਸਾਖ ਦਾ ਨਿਰਮਾਣ ਕਰਨਗੀਆਂ ਬੈਂਕਾਂ। ਤਾਂ ਇਹ CRR ਕੈਸ਼ ਰਿਜ਼ਰਵ ਰੇਸ਼ੋ। ਅੱਗੇ ਨਕਦ ਤਰਲਤਾ ਅਨੁਪਾਤ, ਇਹ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਉਹ ਰੱਖਣਾ ਪੈਂਦਾ ਕਿ ਕਿਸੇ ਵੀ ਬੈਂਕ ਨੂੰ ਆਪਣੇ ਕੋਲ ਜਮ੍ਹਾਂ ਰਾਸ਼ੀ ਦਾ ਇੱਕ ਨਿਸ਼ਚਿਤ ਅਨੁਪਾਤ ਨਕਦ ਜਾਂ ਤਰਲ ਸੰਪਤੀਆਂ ਦੇ ਰੂਪ ਵਿੱਚ ਰੱਖਣਾ ਪੈਂਦਾ। ਹੁਣ ਜੇ ਨਕਦ ਰੂਪ ਦੇ ਵਿੱਚ ਉਹਨਾਂ ਕੋਲੇ ਜ਼ਿਆਦਾ ਹੋਵੇਗਾ ਤਾਂ ਉਹ ਵਧੇਰੇ ਕਰਜ਼ ਜਿਹੜਾ ਉਹ ਦੇ ਸਕਦੀਆਂ, ਤੇ ਜੇ ਉਹਨਾਂ ਦੇ ਕੋਲੇ ਤਰਲ ਘੱਟ ਹੋਵੇਗਾ ਤੇ ਉਹ ਘੱਟ ਦੇ ਸਕਣਗੇ। ਰੈਪੋ ਦਰ ਉਹ ਦਰ ਜਿਸ ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਦੀ ਜ਼ਮਾਨਤ ਦੇ ਆਧਾਰ ਤੇ ਅਲਪਕਾਲੀਨ ਕਰਜ਼ਾ ਦਿੰਦਾ। ਮਤਲਬ ਕਿ ਜੇ ਬੈਂਕਾਂ ਨੂੰ ਲੋੜ ਹੋਵੇ ਅਲਪਕਾਲ ਦੇ ਲਈ ਕਰਜ਼ ਲੈਣ ਦੀ, ਕੇਂਦਰੀ ਬੈਂਕ ਤੋਂ ਉਹ ਇਹ ਜਿਹੜੀਆਂ ਜ਼ਮਾਨਤ ਦੇ ਤੌਰ ਤੇ ਜਿਹੜੀਆਂ ਸਿਕਿਉਰਿਟੀਜ਼ ਆ, ਉਹ ਸਰਕਾਰ ਦੀ ਸਿਕਿਉਰਿਟੀਜ਼, ਖਜ਼ਾਨਾ ਪੱਤਰ, ਬਿੱਲ ਜਿਹੜੇ ਹੈਗੇ ਰੱਖ ਕੇ ਤੇ ਉਹ ਲੋਨ ਕਰਜ਼ ਜਿਹੜਾ ਉਹ ਸਾਖ ਆ ਉਹ ਲੈ ਸਕਦੀਆਂ ਅਲਪਕਾਲ ਦੇ ਲਈ, ਥੋੜ੍ਹੇ ਸਮੇਂ ਲਈ ਆ। ਤੇ ਇਹਨਾਂ ਨੂੰ ਪੁਨਰ ਖਰੀਦ, ਇਸ ਨੂੰ ਜਿਹੜਾ ਉਹ ਪੁਨਰ ਖਰੀਦ ਦਰ ਵੀ ਕਿਹਾ ਜਾਂਦਾ। ਪੁਨਰ ਖਰੀਦ ਕਿਉਂਕਿ ਉਹ 'ਚ ਸਮਝੌਤਾ ਕੀਤਾ ਜਾਂਦਾ ਕਿ ਇਹ ਜੋ ਜਿਹੜੀ ਆ ਉਹ ਲੋਨ ਲਿਆ ਗਿਆ ਜਾਂ ਜਿਹੜੀਆਂ ਪ੍ਰਤੀਭੂਤੀਆਂ ਦਿੱਤੀਆਂ ਗਈਆਂ ਤੇ ਉਹਦੇ ਬਦਲੇ ਲੋਨ ਲਿਆ ਗਿਆ, ਇਹ ਵਾਪਸ ਖਰੀਦੀਆਂ ਜਾਣਗੀਆਂ। ਇਹਨਾਂ ਦੀ ਮੁੜ ਪੁਨਰ ਖਰੀਦ ਜਿਹੜੀ ਆ ਉਹ ਕੀਤੀ ਜਾਵੇਗੀ। ਵਪਾਰਕ ਬੈਂਕਾਂ ਕੁਝ ਸਮੇਂ ਬਾਅਦ, ਥੋੜ੍ਹੇ ਸਮੇਂ ਬਾਅਦ ਉਹ ਵਾਪਸ ਲੈ ਲੈਣਗੀਆਂ। ਇਹ ਸਮਝੌਤਾ ਹੁੰਦਾ। ਤਾਂ ਵਪਾਰਕ ਬੈਂਕ ਕੇਂਦਰੀ ਬੈਂਕ ਨੂੰ ਸਰਕਾਰੀ ਪ੍ਰਤੀਭੂਤੀਆਂ ਦੀ ਵਿਕਰੀ ਕਰਕੇ ਇੱਕ ਪੁਨਰ ਖਰੀਦ ਸਮਝੌਤਾ ਵੀ ਕੀਤਾ ਜਾਂਦਾ। ਇਸ ਸਮਝੌਤੇ ਦੇ ਅੰਤਰਗਤ ਵਪਾਰਕ ਬੈਂਕ ਇੱਕ ਪੂਰਵ ਨਿਰਧਾਰਤ ਕੀਮਤ, ਪੂਰਵ ਨਿਰਧਾਰਤ ਪਹਿਲਾਂ ਹੀ ਫਿਕਸ ਕਰ ਲਿਆ ਜਾਂਦਾ ਕਿ ਇੰਨੀ ਕੀਮਤ ਜਿਹੜੀ ਇਹਦੀ ਹੋਵੇਗੀ, ਤੇ ਇੱਕ ਪੂਰਵ ਨਿਰਧਾਰਤ ਮਿਤੀ ਵੀ ਜਿਹੜੀ ਨਿਸ਼ਚਿਤ ਕੀਤੀ ਜਾਂਦੀ ਹੈ ਪਹਿਲਾਂ ਹੀ ਕਿ ਇੰਨੇ ਚਿਰ ਬਾਅਦ ਇੰਨੀ ਕੀਮਤ ਤੇ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰਨ ਦੀ ਸਹਿਮਤੀ ਦਿੰਦਾ ਹੈ। ਮਤਲਬ ਕਿ ਪਹਿਲਾਂ ਉਹ ਬੈਂਕ ਜਿਹੜੀ ਆ ਉਹ ਵਪਾਰਕ ਬੈਂਕ ਕੇਂਦਰੀ ਬੈਂਕ ਨੂੰ ਦਿੰਦੀ ਆ, ਤੇ ਉੱਥੇ ਸਮਝੌਤਾ ਹੁੰਦਾ ਉਹਨਾਂ ਦੇ ਵਿੱਚ ਪੁਨਰ ਖਰੀਦ ਕਰਨ ਦਾ ਕਿ ਇੰਨੇ ਸਮੇਂ ਬਾਅਦ ਇੰਨੀ ਦਰ ਦੇ ਉੱਤੇ ਅਸੀਂ ਵਾਪਸ ਖਰੀਦ ਲਵਾਂਗੇ। ਤਾਂ ਸਰਕਾਰੀ ਪ੍ਰਤੀਭੂਤੀਆਂ ਦੀ ਵਿਕਰੀ ਕੀਮਤ ਅਤੇ ਪੁਨਰ ਖਰੀਦ ਕੀਮਤ, ਪਹਿਲਾਂ ਤਾਂ ਜਦੋਂ ਵੇਚੀਆਂ ਸੀ ਉਦੋਂ ਕਿੰਨੀ ਕੀਮਤ ਸੀ, ਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਵਾਪਸ ਲੈਣੀ ਉਦੋਂ ਕਿੰਨੀ ਕੀਮਤ ਹੋਵੇਗੀ, ਇਹਨਾਂ ਦੇ ਅੰਤਰ ਨੂੰ ਹੀ ਜਿਹੜੀ ਆ ਰੈਪੋ ਦਰ ਜਿਹੜਾ ਉਹ ਰੈਪੋ ਦਰ ਦੇ ਉੱਤੇ ਹੀ ਨਿਰਭਰ ਕਰਦੀ ਹੈ। ਜੇ ਰੈਪੋ ਦਰ ਜ਼ਿਆਦਾ ਹੋਵੇਗਾ ਤਾਂ ਬੈਂਕਾਂ ਨੂੰ ਜ਼ਿਆਦਾ ਉਹਦੀ ਜਿਹੜੀ ਉਹ ਵਿਆਜ, ਮਤਲਬ ਕਿ ਉਹਨੂੰ ਘੱਟ ਮਿਲਣਗੇ ਪੈਸੇ। ਤਾਂ ਇੱਦਾਂ ਮਤਲਬ ਕਿ ਪਹਿਲਾਂ ਹੀ ਫਿਕਸ ਕੀਤਾ ਜਾਂਦਾ। ਤਾਂ ਇਹ ਇੱਕ ਲੋਨ ਹੈਗਾ ਸ਼ਾਰਟ ਟਰਮ ਜਿਹੜਾ RBI ਤੋਂ ਵਪਾਰਕ ਬੈਂਕਾਂ ਲੈਂਦੀਆਂ। ਰਿਵਰਸ ਰੈਪੋ ਦਰ ਬੈਂਕਾਂ ਵਾਲੇ ਪਾਸੇ ਨੂੰ ਫਲੋ ਜਾਂਦਾ ਇਸ ਦਾ, RBI ਵਾਲੇ ਪਾਸੇ ਨੂੰ ਰਿਵਰਸ ਰੈਪੋ। ਇੱਥੇ ਕੀ ਆ ਗਿਆ, ਜੇ ਬੈਂਕ ਕੋਲੇ ਪੈਸੇ ਵੱਧ ਹੁੰਦੇ ਆ ਤੇ ਉਹ ਆਪਣੇ ਪੈਸੇ ਜਿਹੜੇ ਆ ਉਹ ਕੇਂਦਰੀ ਬੈਂਕ ਕੋਲੇ ਜਮ੍ਹਾਂ ਕਰਵਾ ਸਕਦੇ ਆ। ਤਾਂ ਰਿਵਰਸ ਰੈਪੋ ਦਰ ਉਹ ਦਰ ਜਿਸ ਦਾ ਭੁਗਤਾਨ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਕਰਦਾ ਹੈ। ਮਤਲਬ ਕਿ ਵਪਾਰਕ ਬੈਂਕਾਂ ਨੇ ਆਪਣਾ ਪੈਸਾ ਜਿਹੜਾ ਉਹ ਕੇਂਦਰੀ ਬੈਂਕ ਵਿੱਚ ਰੱਖਿਆ ਤੇ ਕਿਸ ਦਰ ਦੇ ਉੱਤੇ ਉਹ ਵਾਪਸ ਉਹਨਾਂ ਨੂੰ ਦਿੱਤਾ ਜਾਵੇਗਾ, ਇਹ ਰਿਵਰਸ ਰੈਪੋ ਦਰ ਹੈ। ਜਦੋਂ ਵਪਾਰਕ ਬੈਂਕ ਕੇਂਦਰੀ ਬੈਂਕ ਤੋਂ ਸਰਕਾਰੀ ਪ੍ਰਤੀਭੂਤੀਆਂ ਦੀ ਖਰੀਦ ਕਰਕੇ ਆਪਣੇ ਵਾਧੂ ਫੰਡ ਕੇਂਦਰੀ ਬੈਂਕ ਕੋਲ ਜਮ੍ਹਾਂ ਕਰਵਾ ਦਿੰਦੇ ਆ, ਤਾਂ ਇਹਨੂੰ ਇੱਥੇ ਵੀ ਰਿਵਰਸ ਪੁਨਰ ਖਰੀਦ ਦਰ ਜਿਹੜੀ ਆ ਉਹ ਇਹਨੂੰ ਕਿਹਾ ਜਾਂਦਾ। ਕਿਉਂਕਿ ਕੇਂਦਰੀ ਬੈਂਕ ਵਪਾਰਕ ਬੈਂਕ ਵਿਚਕਾਰ, ਦੋਨਾਂ ਕੇਂਦਰੀ ਬੈਂਕ ਤੇ ਵਪਾਰਕ ਬੈਂਕ ਵਿਚਕਾਰ ਇੱਕ ਰਿਵਰਸ ਪੁਨਰ ਖਰੀਦ ਸਮਝੌਤਾ, ਜਿਵੇਂ ਪਹਿਲਾਂ ਆਪਾਂ ਦੇਖਿਆ ਸੀ ਉੱਦਾਂ ਹੀ ਇੱਥੇ ਵੀ ਸਮਝੌਤਾ ਕੀਤਾ ਜਾਂਦਾ ਕਿ ਜੇ ਹੁਣ ਉਹ ਜਿਹੜਾ ਪੈਸਾ ਜਿਹੜਾ ਵਪਾਰਕ ਬੈਂਕਾਂ ਤੋਂ ਕੇਂਦਰੀ ਬੈਂਕ ਕੋਲੇ ਗਿਆ ਤੇ ਉਹ ਜਿਹੜੇ ਮਤਲਬ ਕਿ ਉਹਦੇ ਜਿਹੜੇ ਪ੍ਰਤੀਭੂਤੀਆਂ ਜਾਂ ਸਿਕਿਉਰਿਟੀਜ਼ ਜਿਹੜੀਆਂ ਰੱਖੀਆਂ ਉਹਨਾਂ ਦੀ ਕੀਮਤ ਜਿਹੜੀ ਆ ਇਸ ਸਮਝੌਤੇ ਦੇ ਆਧਾਰ ਤੇ ਜਿਹੜੀ ਉਹ ਨਿਰਧਾਰਿਤ ਕੀਤੀ ਜਾਵੇਗੀ। ਇਸ ਸਮਝੌਤੇ ਦੇ ਅੰਤਰਗਤ ਕੇਂਦਰੀ ਬੈਂਕ ਇੱਕ ਪੂਰਵ ਨਿਰਧਾਰਿਤ ਕੀਮਤ ਤੇ ਉਸੇ ਤਰ੍ਹਾਂ ਹੀ ਪਹਿਲਾਂ ਹੀ ਨਿਰਧਾਰਿਤ ਕੀਤੀ ਜਾਂਦੀ ਆ ਉਹ ਕੀਮਤ, ਤੇ ਇੱਕ ਪੂਰਵ ਨਿਰਧਾਰਿਤ ਮਿਤੀ ਪਹਿਲਾਂ ਹੀ ਉਸ ਦੀ ਜਿਹੜੀ ਆ ਉਹ ਮਿਤੀ ਨਿਰਧਾਰਿਤ ਕੀਤੀ ਜਾਂਦੀ ਹੈ ਨੂੰ
ਸਰਕਾਰੀ ਪ੍ਰਤੀਭੂਤੀਆਂ ਦੀ ਵਾਪਸ ਖਰੀਦ ਕਰਨ ਦੀ ਸਹਿਮਤੀ ਦਿੰਦਾ ਹੈ। ਤਾਂ ਸਰਕਾਰੀ ਪ੍ਰਤੀਭੂਤੀਆਂ ਦੀ ਵਿਕਰੀ ਕੀਮਤ ਅਤੇ ਪੁਨਰ ਖਰੀਦ ਕੀਮਤ ਵਿਚਲਾ ਅੰਤਰ ਰਿਵਰਸ ਰੈਪੋ ਦਰ ਜਿਹੜੀ ਆ ਉਹਨੂੰ ਕਿਹਾ ਜਾਂਦਾ। ਤਾਂ ਇੱਦਾਂ ਰੈਪੋ ਦਰ ਦੇ ਵਿੱਚ RBI ਸਾਖ ਨਿਰਮਾਣ ਕਰਦੀ ਆ ਬੈਂਕਾਂ ਨੂੰ, ਤੇ ਰਿਵਰਸ ਰੈਪੋ ਦਰ ਦੇ ਵਿੱਚ ਬੈਂਕਾਂ ਕੋਲੇ ਵਾਧੂ ਪੈਸਾ ਹੁੰਦਾ, ਵਾਧੂ ਫੰਡ ਹੁੰਦੇ ਆ, ਉਹ RBI ਨੂੰ ਦਿੰਦੇ ਆ। ਤੇ ਅਗਲਾ ਸਾਡਾ ਹੈਗਾ ਕਿ ਉਹ ਸਾਖ ਨਿਯੰਤਰਣ ਦੀਆਂ ਜਿਹੜੀਆਂ ਗੁਣਾਤਮਕ ਵਿਧੀਆਂ ਹੁਣ ਆਪਾਂ ਨੇ ਕੀਤੀਆਂ ਜਿਹੜੀਆਂ ਉਹ ਮਾਤਰਾਤਮਕ ਸੀ, ਉਹ ਮਾਤਰਾ ਦੇ ਉੱਤੇ ਅਸਰ ਪਾਉਂਦੀਆਂ ਸੀ। ਇਹ ਗੁਣਾਤਮਕ ਤੌਰ ਤੇ ਉੱਤੇ ਕਿਹੜੀਆਂ ਵਿਧੀਆਂ? ਇੱਕ ਤਾਂ ਕਰਜ਼ਿਆਂ ਦੀ ਲਈ ਸੀਮਾਂਤ ਲੋੜਾਂ ਵਿੱਚ ਪਰਿਵਰਤਨ। ਮੈਂ ਪਹਿਲਾਂ ਜਿਵੇਂ ਦੱਸਿਆ ਸੀ ਕਿ ਘਰ ਖਰੀਦਣ ਲਈ ਜੇ 10 ਲੱਖ ਦੀ ਕੋਠੀ ਦਾ ਕਰਜ਼ ਜਿਹੜਾ ਹੈਗਾ ਉਹ 8 ਲੱਖ ਹੀ ਦੇਵੇਗੀ ਬੈਂਕ, ਉਹਦੀ ਕੀਮਤ ਪਾ ਕੇ ਵੀ ਇਹਦੀ ਕੀਮਤ 10 ਲੱਖ ਆ ਤਾਂ ਉਹ 8 ਲੱਖ ਦੇਵੇਗੀ। ਤਾਂ ਜਦੋਂ ਇਹ ਸੀਮਾਂਤ ਲੋੜ ਵਧਾ ਦਿੱਤੀ ਜਾਵੇਗੀ ਤਾਂ ਫਿਰ ਉਹ 8 ਨਹੀਂ ਮਿਲੇਗਾ, ਫਿਰ 7 ਲੱਖ ਮਿਲੇਗਾ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਲੋਕਾਂ ਕੋਲੇ ਪੈਸਾ ਜਿਹੜਾ ਉਹ ਘੱਟ ਆਇਆ। ਪਹਿਲਾਂ ਜਿਹੜਾ ਉਹ 8 ਲੱਖ ਮਿਲਿਆ, ਪਰ ਜਦੋਂ ਇੱਕ ਸੀਮਾਂਤ ਲੋੜ ਵਧਾ ਦਿੱਤੀ ਤੇ ਉਹਨਾਂ ਨੂੰ 7 ਲੱਖ ਹੀ ਮਿਲਿਆ। ਤਾਂ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਵੱਧ ਮੰਗ ਦੀ ਸਮੱਸਿਆ ਉਹ ਹੱਲ ਹੋ ਸਕਦੀ ਆ ਜੇ ਸੀਮਾਂਤ ਲੋੜ ਨੂੰ ਵਧਾਇਆ ਜਾਂਦਾ। ਤੇ ਜੇ ਘੱਟ ਮੰਗ ਹੋਵੇ ਤਾਂ ਫਿਰ ਸੀਮਾਂਤ ਲੋੜ ਨੂੰ ਘਟਾਇਆ ਜਾਂਦਾ। ਫਿਰ ਜੇ 10 ਲੱਖ ਦੀ ਕੋਠੀ ਆ ਤੇ ਉਹਦਾ 9 ਲੱਖ ਤੱਕ ਕਰਜ਼ ਵੀ ਜਿਹੜਾ ਦਿੱਤਾ ਜਾਂਦਾ। ਤਾਂ ਫਿਰ ਪਬਲਿਕ ਕੋਲੇ ਜਿਹੜਾ ਉਹ ਅਰਥ ਵਿਵਸਥਾ ਦੇ ਵਿੱਚ 9 ਲੱਖ ਦੀ ਜਿਹੜੀ ਸਪਲਾਈ ਆ ਉਹ ਹੋ ਗਈ, ਪੂਰਤੀ ਹੋ ਗਈ, ਵੱਧ ਗਿਆ। ਤਾਂ ਇਹਦੇ ਨਾਲ ਘੱਟ ਮੰਗ ਠੀਕ ਹੋ ਜਾਏਗੀ। ਤਾਂ ਤੁਸੀਂ ਇਹੀ ਨੋਟ ਕਰਨੀ ਹੈ ਗੱਲ ਕਿ ਜੇ ਸਮੱਸਿਆ ਦਾ ਹੱਲ ਕਿੱਥੇ ਪਿਆ, ਜੇ ਤਾਂ ਮੁਦਰਾ ਦੀ ਪੂਰਤੀ ਘਟਾ ਦਿੰਨੇ ਆ ਤੇ ਵੱਧ ਜਿਹੜੀ ਉਹ ਮੰਗ ਠੀਕ ਹੋਵੇਗੀ, ਤੇ ਜੇ ਮੁਦਰਾ ਦੀ ਪੂਰਤੀ ਨੂੰ ਵਧਾਉਣੇ ਆ ਤੇ ਘੱਟ ਮੰਗ ਦੀ ਸਮੱਸਿਆ ਜਿਹੜੀ ਆ ਉਹ ਹੱਲ ਹੋਵੇਗੀ। ਫਿਰ ਹੈਗੀ ਸਾਖ ਦੀ ਰਾਸ਼ਨਿੰਗ। ਇਹ ਹੈਗੀ ਆ ਕਿ ਕਿਹੜੇ ਖੇਤਰ ਨੂੰ ਕਿੰਨਾ ਜਿਹੜਾ ਉਹ ਰਾਸ਼ਨਿੰਗ ਉਹਦੀ ਕੀਤੀ ਜਾਣੀ ਹੈ, ਕਿੰਨਾ ਜਿਹੜਾ ਕਰਜ਼ਾ ਉਹ ਕਿਸ ਖੇਤਰ ਨੂੰ ਕਿੰਨਾ ਦਿੱਤਾ ਜਾਵੇ। ਤਾਂ ਇਹ ਵੀ ਘੱਟ ਮੰਗ ਤੇ ਵੱਧ ਮੰਗ ਨੂੰ ਠੀਕ ਰੱਖਦਿਆਂ ਹੋਇਆ ਇਹ ਕੀਤੀ ਜਾਂਦੀ ਹੈ। ਫਿਰ ਹੈਗੀ ਆ ਉਪਭੋਗਤਾ ਸਾਖ ਅਤੇ ਨਿਯੰਤਰਣ। ਜਿਹੜੇ ਕੰਜ਼ਿਊਮਰ ਲੋਨ ਹੁੰਦੇ ਆ, ਕਿਸੇ ਨੇ ਫਰਿੱਜ ਲੈਣੀ ਆ ਘਰ ਵਾਸਤੇ ਜਾਂ ਸੋਫਾ ਸੈੱਟ ਲੈਣਾ ਜਾਂ ਹੋਰ ਘਰੇਲੂ ਲੋੜਾਂ ਵਾਸਤੇ ਜਿਹੜਾ ਉਹ ਕੋਈ ਫਿਜ਼ੀਕਲ ਚੀਜ਼ ਨਾ ਖਰੀਦ ਕੇ ਵੀ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਲਈ ਕਰਜ਼ ਜਿਹੜਾ ਉਹ ਕੰਜ਼ਿਊਮਰ ਲੋਨ ਜਿਹੜਾ ਲੈਣਾ, ਉਹਦੇ ਤੇ ਵੀ ਨਿਯੰਤਰਣ ਜਿਹੜਾ ਉਹ ਗੁਣਾਤਮਕ ਤੌਰ ਦੇ ਉੱਤੇ ਕੀਤਾ ਜਾਂਦਾ। ਜਦੋਂ ਘੱਟ ਮੰਗ ਹੋਵੇ ਤੇ ਕੰਜ਼ਿਊਮਰ ਲੋਨ ਵਧਾਇਆ ਜਾਂਦਾ, ਬੈਂਕ ਵਾਲੇ ਸੱਦ ਕੇ ਲੋਨ ਦਿੰਦੇ ਆ। ਤੇ ਜਦੋਂ ਵੱਧ ਮੰਗ ਹੋਵੇ ਤਾਂ ਫਿਰ ਬੈਂਕ ਕਹਿੰਦੀ ਆ ਕਿ ਕਿਸੇ ਨੂੰ ਲੋਨ ਜਿਹੜਾ ਉਹ ਨਾ ਦਿੱਤਾ ਜਾਵੇ, ਘੱਟ ਲੋਨ ਦਿੱਤਾ ਜਾਵੇ। ਤਾਂ ਇਦਾਂ ਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਂਦੀ ਆ। ਪ੍ਰਤੱਖ ਕਾਰਵਾਈ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਲਈ ਆ ਕਿ ਬੈਂਕਾਂ ਕੇਂਦਰੀ ਬੈਂਕ ਦੇ, ਵਪਾਰਕ ਬੈਂਕਾਂ ਕੇਂਦਰੀ ਬੈਂਕ ਦੇ ਅੰਡਰ ਆ ਤੇ ਉਹ ਪ੍ਰਤੱਖ ਕਾਰਵਾਈ ਕਰਦੀਆਂ। ਫਿਰ ਨੈਤਿਕ ਪ੍ਰਭਾਵ ਤੇ ਪ੍ਰਚਾਰ ਉਹ ਉਸੇ ਤਰ੍ਹਾਂ ਹੀ ਆ, ਜਿਸ ਤਰ੍ਹਾਂ ਦੀ ਲੋੜ ਹੋਵੇ ਹੋ ਜਾਂਦਾ। ਤਾਂ ਸਸਤੀ ਮੁਦਰਾ ਤੋਂ ਕੀ ਭਾਵ ਆ ਕਿ ਜਦੋਂ ਜਿਹੜਾ ਵਿਆਜ ਦਰ ਜਿਹੜਾ ਉਹ ਘੱਟ ਰੱਖਿਆ ਜਾਂਦਾ ਤੇ ਉਹਨੂੰ ਸਸਤੀ ਮੁਦਰਾ ਕਿਹਾ ਜਾਂਦਾ। ਲੋਕ ਉਧਾਰ ਲੈਣ ਤੇ ਖਰਚ ਕਰਨ ਨੂੰ ਉਤਸ਼ਾਹਿਤ ਹੁੰਦੇ ਆ ਜਦੋਂ ਵਿਆਜ ਦਰ ਘੱਟ ਹੁੰਦੀ ਆ। ਤਾਂ ਇਹ ਵਸਤੂਆਂ ਤੇ ਸੇਵਾਵਾਂ ਦੀ ਮੰਗ ਦੇ ਵਿੱਚ ਵਾਧਾ ਕਰਦਾ। ਤੇ ਜਿਹੜੀ ਮਹਿੰਗੀ ਮੁਦਰਕ ਨੀਤੀ ਆ, ਇਹਦੇ 'ਚ ਵਿਆਜ ਦਰ ਜਿਹੜਾ ਉਹ ਉੱਚਾ ਹੁੰਦਾ। ਉਧਾਰ ਲੈਣਾ ਤੇ ਖਰਚ ਕਰਨਾ ਲਈ ਲੋਕ ਉਤਸ਼ਾਹਿਤ ਹੁੰਦੇ ਆ। ਉਹ ਇਸ ਸਮੇਂ ਜਿਹੜੀ ਆ ਉਹ ਜਦੋਂ ਵੱਧ ਮੰਗ ਹੁੰਦੀ ਆ ਤਾਂ ਫਿਰ ਇਸ ਨੂੰ ਕੀਤਾ ਜਾਂਦਾ। ਫਿਰ ਰਾਜਕੋਸ਼ੀ ਨੀਤੀ ਦੇ ਵਿੱਚ ਇਹ ਕੀ ਆ ਕਿ ਇਹ ਆਮਦਨ ਅਤੇ ਖਰਚ ਦੇ ਨਾਲ ਸੰਬੰਧਿਤ ਨੀਤੀ ਆ, ਜਿਹੜੀ ਘੱਟ ਮੰਗ ਅਤੇ ਵੱਧ ਮੰਗ ਨੂੰ ਠੀਕ ਕਰਨ ਦੇ ਲਈ ਕੀਤੀ ਜਾਂਦੀ ਹੈ। ਇਹਦੀ ਪਰਿਭਾਸ਼ਾ ਜਿਹੜੀ ਆ ਰਾਜਕੋਸ਼ੀ ਨੀਤੀ ਜਾਂ ਵਿੱਤੀ ਨੀਤੀ ਦੀ ਦਿੱਤੀ ਆ ਡਾਲਟਨ ਨੇ ਕਿ ਸਰਕਾਰ ਦੀ ਨਿਸ਼ਚਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਆਮਦਨ, ਖਰਚ ਅਤੇ ਕਰਜ਼ੇ ਸੰਬੰਧੀ ਨੀਤੀ ਨੂੰ ਰਾਜਕੋਸ਼ੀ ਨੀਤੀ ਜਿਹੜੀ ਆ ਕਿਹਾ ਜਾਂਦਾ। ਤਾਂ ਇਹਦੇ ਵਿੱਚ ਕੀ ਆ, ਇੱਕ ਤਾਂ ਸਰਵਜਨਕ ਖਰਚਾ ਜੋ ਸਰਕਾਰ ਖਰਚ ਕਰਦੇ ਆ, ਤੇ ਸਰਕਾਰ ਦੀ ਆਮਦਨ ਆ ਜਾਂ ਸਰਵਜਨਕ ਆਮਦਨ ਆ ਜੋ ਸਰਕਾਰ ਨੂੰ ਵੱਖ-ਵੱਖ ਸੋਮਿਆਂ ਤੋਂ ਪ੍ਰਾਪਤ ਹੁੰਦੀ ਆ। ਤੇ ਇੱਕ ਹੈ ਕਿ ਸਰਕਾਰੀ ਕਰਜ਼ ਜਿਹੜਾ ਹੈਗਾ ਜਾਂ ਸਰਵਜਨਕ ਕਰਜ਼ ਆ ਜਿਹੜੀ ਲੋਕਾਂ ਤੋਂ ਲਿਆ ਜਾਂਦਾ ਜਾਂ ਲੋਕਾਂ ਨੂੰ ਦਿੱਤਾ ਜਾਂਦਾ। ਤੇ ਦੂਜਾ ਲਾਸਟ ਹੈਗਾ ਕਿ ਘਾਟੇ ਦੀ ਵਿੱਤ ਵਿਵਸਥਾ। ਇਹਦੇ 'ਚ ਕੀ ਹੁੰਦਾ ਕਿ ਸਰਕਾਰ ਖਰਚ ਵੱਧ ਕਰਦੀ ਆ, ਆਮਦਨ ਘੱਟ ਹੁੰਦੀ ਆ, ਤਾਂ ਜਿਹੜੇ ਉਹ ਘੱਟ ਜਿੰਨਾ ਅੰਤਰ ਹੁੰਦਾ ਉਹਨੇ ਨੋਟ ਛਾਪ ਲੈ ਜਾਂਦੇ ਆ। ਤਾਂ ਇਹ ਘਾਟੇ ਦੀ ਵਿੱਤ ਵਿਵਸਥਾ ਹੋ ਗਈ। ਤੇ ਸਰਕਾਰੀ ਖਰਚ ਦੇ ਵਿੱਚ ਜਿਹੜਾ ਕਿਹੜੀਆਂ ਮਦਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ, ਜਿਵੇਂ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ, ਪੁਲ ਜਾਂ ਬੰਨ੍ਹ ਬਣਾਏ ਜਾਂਦੇ ਆ। ਇਹ ਜਿਹੜਾ ਖਰਚ ਜਦੋਂ ਘੱਟ ਮੰਗ ਹੁੰਦੀ ਆ ਤੇ ਇਹ ਕੰਮ ਜ਼ਿਆਦਾ ਕੀਤੇ ਜਾਂਦੇ ਆ, ਤੇ ਜਦੋਂ ਵੱਧ ਮੰਗ ਹੁੰਦੀ ਆ ਤੇ ਫਿਰ ਇਹ ਘਟਾ ਦਿੱਤੇ ਜਾਂਦੇ ਆ।
ਸਰਵਜਨਕ ਕਲਿਆਣ ਦੇ ਕੰਮ ਜਿਵੇਂ ਸਿੱਖਿਆ, ਸਿਹਤ, ਇਹਨਾਂ ਤੇ ਖਰਚ ਕੀਤਾ ਜਾਂਦਾ ਸਰਕਾਰ ਵੱਲੋਂ, ਇਹ ਸਰਵਜਨਕ ਖਰਚਾ। ਦੇਸ਼ ਦੀ ਸੁਰੱਖਿਆ ਤੇ ਕਾਨੂੰਨ ਦੇ ਲਈ ਇਹ ਵੀ ਸਰਵਜਨਕ ਸਰਕਾਰੀ ਖਰਚਾ। ਇਹ ਅਨੁਦਾਨ, ਸਬਸਿਡੀ, ਜੇ ਸਰਕਾਰ ਕਿਸੇ ਚੀਜ਼ ਨੂੰ ਉਤਸ਼ਾਹਿਤ ਕਰਨਾ ਚਾਹਵੇ ਤਾਂ ਉੱਥੇ ਸਬਸਿਡੀ ਦਿੰਦੀ ਹੈ। ਜਿਵੇਂ ਹੁਣ ਗੈਸ ਤੇ ਥੋੜ੍ਹਾ ਜਿਹਾ 27 ਰੁਪਏ ਦਾ ਜਿਹੜਾ ਉਹ ਸਬਸਿਡੀ ਚੱਲ ਰਹੀ ਹੈ, ਹੋਰ ਵੀ ਕਈ ਚੀਜ਼ਾਂ ਦੇ ਉੱਤੇ ਸਬਸਿਡੀ ਜਿਹੜੀ ਆ ਉਹ ਦੇ ਰਹੇ ਆ। ਆਮਦਨ ਕਿੱਥੋਂ ਸਰਕਾਰ ਨੂੰ ਮਿਲਦੀ ਆ? ਟੈਕਸ ਤੋਂ, ਕਰਾਂ ਤੋਂ। ਤੇ ਕਰ ਇੱਕ ਅਜਿਹਾ ਭੁਗਤਾਨ ਆ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਆ, ਸਰਕਾਰ ਮਤਲਬ ਕਿ ਹਰ ਵਿਅਕਤੀ ਨੂੰ ਜਿਹੜਾ ਟੈਕਸ ਆ ਉਹ ਦੇਣਾ ਪੈਂਦਾ। ਤੇ ਇਹ ਟੈਕਸ ਜਿਹੜੇ ਹੈਗੇ ਆ ਦੋ ਤਰ੍ਹਾਂ ਦੇ। ਇੱਕ ਪ੍ਰਤੱਖ ਕਰ, ਜਿਵੇਂ ਆਮਦਨ ਕਰ, ਉਪਹਾਰ ਕਰ, ਸੰਪਤੀ ਕਰ, ਜਿਹਦੇ ਤੇ ਲੱਗਦੇ ਉਸੇ ਨੂੰ ਹੀ ਇਹ ਪੇ ਕਰਨੇ ਪੈਂਦੇ ਆ। ਇਹ ਕਿਸੇ ਤੇ ਅੱਗੇ ਟਰਾਂਸਫਰ ਨਹੀਂ ਕਰ ਸਕਦੇ। ਅਪ੍ਰਤੱਖ ਕਰ, ਇਨਡਾਇਰੈਕਟ ਟੈਕਸ, ਇਹਨਾਂ ਦਾ ਬੋਝ ਜਿਹੜਾ ਉਹ ਲੱਗਦਾ ਇੱਕ ਵਿਅਕਤੀ ਤੇ ਆ, ਉਹ ਗਾਂਹ ਦੀ ਗਾਂਹ ਅੱਗੇ ਪਾਸ ਆਨ ਹੁੰਦਾ ਜਾਂਦਾ। ਜਿਵੇਂ ਅਸੀਂ ਨਹਾਉਣ ਦੇ ਲਈ ਸਾਬਣ ਖਰੀਦਦੇ ਆ ਤਾਂ ਉਹ ਪਾਸ ਹੁੰਦਾ ਆਖਰੀ ਉਸ ਵਿਅਕਤੀ ਤੇ ਪਵੇਗਾ ਜਿਹਨੇ ਉਹ ਨਹਾਉਣ ਲਈ ਲੈਣਾ। ਤਾਂ ਇੱਦਾਂ ਇਹ ਅਪ੍ਰਤੱਖ ਕਰ ਹੈਗਾ। ਇਹਦੇ 'ਚ ਆ ਜਾਂਦਾ ਵਿਕਰੀ ਕਰ ਆ, ਇਹ ਜਿਹੜੀਆਂ ਵਸਤੂਆਂ ਦੀ ਵਿਕਰੀ ਤੇ ਲੱਗਦਾ। ਫਿਰ ਉਤਪਾਦਨ ਕਰ, ਮਨੋਰੰਜਨ ਕਰ, ਇਹ ਸਾਰੇ। ਤੇ ਫਿਰ ਸਰਵਜਨਕ ਕਰਜ਼ੇ, ਸਰਕਾਰ ਜਿਹੜੀ ਆ ਉਹ ਕਰਜ਼ੇ ਦੇ ਰੂਪ ਵਿੱਚ ਇਕੱਠੇ ਕਰਦੀ ਆ। ਤੇ ਘਾਟੇ ਦੀ ਵਿੱਤ ਵਿਵਸਥਾ, ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਕਿ ਇਹ ਕਰੰਸੀ ਜਾਰੀ ਕਰਨੀ ਹੁੰਦੀ ਆ ਜਦੋਂ ਖਰਚ ਵੱਧ ਹੁੰਦਾ ਤੇ ਆਮਦਨ ਘੱਟ ਹੁੰਦੀ ਆ, ਤੇ ਜਿਹੜੀ ਸਰਕਾਰ ਆ ਉਹ ਨਵੀਂ ਕਰੰਸੀ ਜਾਰੀ ਕਰ ਲੈਂਦੀ ਆ। ਤਾਂ ਹੁਣ ਆਪਾਂ ਗੱਲ ਕਰਦੇ ਕਿ ਉਪਾਅ ਕਿਹੜੇ ਅਪਣਾਏ ਜਾਣ। ਸੰਖੇਪ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਇਹਦੇ ਬਾਰੇ ਦੱਸ ਹੀ ਚੁੱਕਾ। ਇਹ ਉਹੀ ਡਾਇਗਰਾਮ ਹੈਗੀ ਆ ਜਿਹੜੀ ਸਾਨੂੰ ਦੱਸਦੀ ਕਿ ਸਮੱਸਿਆ ਕੀ ਹੈ। ਸਮੱਸਿਆ ਤੁਹਾਨੂੰ ਪਤਾ ਲੱਗ ਗਿਆ। ਸਮੱਸਿਆ ਹੈਗੀ ਆ ਇਹ ਜਿਹੜਾ EU ਅਤੇ EF ਦੇ ਵਿੱਚ ਜਿਹੜਾ ਅੰਤਰ ਆ, ਇਹੀ ਵਿਸਫੀਤਕ ਅੰਤਰਾਲ ਹੈਗਾ। ਇਹ ਅੰਤਰ ਆ ਕਿ ਮੰਗ ਜਿਹੜੀ ਚਾਹੀਦੀ ਤਾਂ ਅਸੀਂ ਇੰਨੀ ਪੂਰਨ ਰੁਜ਼ਗਾਰ ਦੇ ਪੱਧਰ ਤੇ, ਪਰ ਮੰਗ ਹੈਗੀ AD, ਇਹ ਘੱਟ ਆ। ਇੰਨਾ ਇਹਦੇ ਵਿੱਚ ਅੰਤਰ ਹੈਗਾ। ਤਾਂ ਇੱਥੇ ਦੇਖੋ ਕੁੱਲ ਮੰਗ ਤੇ ਕੁੱਲ ਪੂਰਤੀ ਜਾ ਕੇ ਕਿੰਨੇ ਨੀਵੇਂ ਪੱਧਰ ਤੇ ਜਿਹੜੀ ਆ ਉਹ ਬਰਾਬਰ ਹੋ ਰਹੀ ਆ। ਤਾਂ ਇਹਦੇ ਨਾਲ ਕੀ ਹੋਏਗਾ ਕਿ ਦੇਸ਼ ਦੇ ਵਿੱਚ ਉਤਪਾਦਨ ਵੀ ਘਟੇਗਾ, ਆਮਦਨ ਵੀ ਘਟੇਗੀ ਤੇ ਅਰਥ ਵਿਵਸਥਾ ਦਾ ਪੱਧਰ ਨੀਵਾਂ ਹੁੰਦਾ ਜਾਵੇਗਾ। ਇਹ ਵਿਸਫੀਤਕ ਅੰਤਰਾਲ ਆ। ਤਾਂ ਇਹਨੂੰ ਠੀਕ ਕਰਨ ਵਾਸਤੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਜਿਵੇਂ ਮੌਦਰਿਕ ਨੀਤੀ ਦੇ ਅਧੀਨ ਜਿਹੜਾ ਉਹ ਵਪਾਰਕ ਜਿਹੜੀਆਂ ਕੇਂਦਰੀ ਬੈਂਕ ਹੈਗੀ ਆ ਉਹ ਕਰ ਸਕਦੀ ਆ। ਬੈਂਕ ਦਰ 'ਚ ਕਮੀ ਕਰ ਸਕਦੀ ਆ ਜਦੋਂ ਘੱਟ ਮੰਗ ਆ। ਖੁੱਲ੍ਹੇ ਬਾਜ਼ਾਰ ਵਿੱਚ ਪ੍ਰਤੀਭੂਤੀਆਂ ਨੂੰ ਖਰੀਦਿਆ ਜਾਏਗਾ ਤਾਂ ਪੈਸਾ ਜਿਹੜਾ ਉਹ ਬੈਂਕ ਵੱਲੋਂ ਜਿਹੜਾ ਉਹ ਲੋਕਾਂ ਤੱਕ ਜਾਏਗਾ, ਅਰਥ ਵਿਵਸਥਾ ਤੱਕ ਜਾਏਗਾ। ਤਾਂ ਮੁਦਰਾ ਦੀ ਪੂਰਤੀ ਵਧੇਗੀ ਜਦੋਂ ਉਹ ਸਰਟੀਫਿਕੇਟ ਵਿੱਚ ਜਿਹੜੇ ਉਹ ਆਪਣੇ ਖੁੱਲ੍ਹੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਖਰੀਦ ਕੀਤੀ ਜਾਵੇਗੀ। ਤਾਂ ਨਕਦ ਰਾਖਵਾਂ ਅਨੁਪਾਤ ਦੇ ਵਿੱਚ ਵੀ ਜਿਹੜੀ ਉਹ ਕਮੀ ਕੀਤੀ ਜਾਂਦੀ ਆ ਤਾਂ ਕਿ ਬੈਂਕਾਂ ਜਿਹੜੀਆਂ ਵੱਧ ਉਹਦਾ ਜਿਹੜਾ ਉਹ ਸਾਖ ਨਿਰਮਾਣ ਕਰ ਸਕਣ। ਕਾਨੂੰਨੀ ਤਰਲਤਾ ਅਨੁਪਾਤ ਵਿੱਚ ਵੀ ਕਮੀ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਤਰਲ ਰੂਪ ਵਿੱਚ ਰੱਖਣ ਦੀ ਲੋੜ ਨਹੀਂ ਹੈ। ਰੈਪੋ ਦਰ 'ਚ ਕਮੀ ਕੀਤੀ ਜਾਂਦੀ ਹੈ। ਤਾਂ ਇਹਦੇ ਨਾਲ ਜਿਹੜੀਆਂ ਉਹ ਵਪਾਰਕ ਬੈਂਕਾਂ ਕੇਂਦਰੀ ਬੈਂਕ ਤੋਂ ਕਰਜ਼ ਜਿਹੜੀਆਂ ਉਹ ਘੱਟ ਦਰ 'ਤੇ ਲੈ ਸਕਦੀਆਂ। ਰਿਵਰਸ ਰੈਪੋ ਦਰ ਦੇ ਵਿੱਚ ਵੀ ਕਮੀ ਕੀਤੀ ਜਾਂਦੀ ਆ ਤਾਂ ਕਿ ਬੈਂਕਾਂ ਜਿਹੜੀਆਂ ਇਹ ਉਤਸ਼ਾਹਿਤ ਨਾ ਹੋਣ ਕਿ ਉਹਨਾਂ ਨੂੰ RBI ਤੋਂ ਪੈਸੇ ਜਿਹੜੇ ਉਹ ਜ਼ਿਆਦਾ ਵਿਆਜ ਮਿਲ ਰਿਹਾ, ਤਾਂ ਉਹ ਉਤਸ਼ਾਹਿਤ ਨਹੀਂ ਹੋਣਗੀਆਂ, ਉਹ ਲੋਕਾਂ ਨੂੰ ਹੀ ਕਰਜ਼ ਦੇਣਗੀਆਂ। ਤਾਂ ਮੁਦਰਾ ਦੀ ਪੂਰਤੀ ਜਿਹੜੀ ਅਰਥ ਵਿਵਸਥਾ ਦੇ ਵਿੱਚ ਵਧੇਗੀ। ਤੇ ਫਿਰ ਘੱਟ ਮੰਗ ਨੂੰ ਜਿਹੜਾ ਠੀਕ ਕਰਨ ਦੇ ਗੁਣਾਤਮਕ ਉਪਾਅ ਜਿਹੜੀ ਆ ਸਮਾਜ ਜ਼ਰੂਰਤਾਂ 'ਚ ਕਮੀ। ਮੈਂ ਤੁਹਾਨੂੰ ਕਿਹਾ ਸੀ ਕਿ ਕੋਠੀ ਵੇਚਣ ਲਈ 8 ਲੱਖ ਦੀ ਥਾਂ ਤੇ ਹੁਣ 9 ਲੱਖ ਹੀ ਕਰ ਦਿੱਤਾ ਜਾਵੇਗਾ। ਤਾਂ ਉਹ ਸਮਾਜ ਜ਼ਰੂਰਤ 'ਚ ਕਮੀ ਕਰਤੀ ਹੈ। ਸਾਖ ਦੀ ਰਾਸ਼ਨਿੰਗ ਦਾ ਖਾਤਮਾ ਕਰ ਦਿੱਤਾ। ਇਹਦੇ 'ਚ ਮਤਲਬ ਕਿ ਕਿਸੇ ਨੂੰ ਇਹ ਨਹੀਂ, ਸਭ ਨੂੰ ਜਿਹੜਾ ਉਹ ਸਾਖ ਜਿਹੜਾ ਉਹ ਦਿੱਤਾ ਜਾਵੇ। ਉਪਭੋਗਤਾ ਸਾਖ ਵਿੱਚ ਵਾਧਾ, ਕੰਜ਼ਿਊਮਰ ਲੋਨ ਜਿਹੜੇ ਆ ਉਹ ਦਿੱਤੇ ਜਾਣਗੇ। ਵੱਧ ਤੋਂ ਵੱਧ ਪ੍ਰਤੱਖ ਕਾਰਵਾਈ ਕੀਤੀ ਜਾਵੇਗੀ ਜਿੱਥੇ ਇਹ ਬੈਂਕਾਂ ਨਹੀਂ ਮੰਨਦੀਆਂ ਹੋਣਗੀਆਂ ਜਾਂ ਉਹਦੇ ਅਨੁਸਾਰ ਕਾਰਵਾਈ ਨਹੀਂ ਕਰ ਰਹੀਆਂ ਹੋਣਗੀਆਂ। ਨੈਤਿਕ ਪ੍ਰਭਾਵ ਵੀ ਵਰਤਿਆ ਜਾਵੇਗਾ, ਪ੍ਰਚਾਰ ਵੀ ਵਰਤਿਆ ਜਾਵੇਗਾ ਘੱਟ ਮੰਗ ਨੂੰ ਠੀਕ ਕਰਨ ਲਈ। ਤੇ ਸਰਕਾਰ ਵੱਲੋਂ ਜਿਹੜੀ ਵਿੱਤੀ ਨੀਤੀ ਆ, ਰਾਜਕੋਸ਼ੀ ਨੀਤੀ, ਉਹਦੇ 'ਚ ਸਰਕਾਰੀ ਖਰਚੇ ਵਿੱਚ ਵਾਧਾ ਕੀਤਾ ਜਾਵੇਗਾ। ਕਰਾਂ ਦੇ ਵਿੱਚ ਕਮੀ ਕਰ ਦਿੱਤੀ ਜਾਵੇਗੀ। ਚੀਜ਼ਾਂ ਸਸਤੀਆਂ ਹੋਣਗੀਆਂ, ਲੋਕ ਜ਼ਿਆਦਾ ਖਰੀਦਣਗੇ। ਤੇ ਸਰਕਾਰੀ ਕਰਜ਼ ਵਿੱਚ ਵੀ ਕਮੀ ਕੀਤੀ ਜਾਵੇਗੀ ਤੇ ਘਾਟੇ ਦੀ ਵਿੱਤ ਵਿਵਸਥਾ ਵਿੱਚ ਵਾਧਾ ਕੀਤਾ ਜਾਵੇਗਾ। ਜ਼ਿਆਦਾ ਨੋਟ ਛਾਪ ਕੇ ਤੇ ਅਰਥ ਵਿਵਸਥਾ ਦੇ ਵਿੱਚ ਜਿਹੜੀ ਉਹ ਖਰਚ ਕੀਤੇ ਜਾਣਗੇ ਸਰਕਾਰ ਵੱਲੋਂ। ਤਾਂ ਵਾਧੂ ਮੰਗ ਉਹੀ ਸਮੱਸਿਆ ਜਿਹੜੀ ਇਹਦੀ ਸੇਮ ਹੈਗੀ ਆ, ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ। ਇਹਦੀ ਜਿਹੜੀ ਰੇਖਾ ਹੈਗੀ ਆ ਇਹ ਸਮੱਸਿਆ ਵਾਲੀ, ਇਹ ਉੱਪਰ ਬਣਦੀ ਆ ਜਿੰਨੀ ਚਾਹੀਦੀ ਆ। ADF ਤੋਂ ਉੱਪਰ ਬਣੀ ਆ ADU। ਤਾਂ ਇਹ ਜਿਹੜਾ ਅੰਤਰ ਹੈਗਾ ਦੋਨਾਂ ਦੇ ਵਿੱਚ, ਇਹ ਹੈ ਸਫੀਤਕ ਅੰਤਰਾਲ। ਇਹਦੇ ਨਾਲ ਕੀਮਤਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧਦੀਆਂ ਜਦੋਂ ਮੰਗ ਜ਼ਿਆਦਾ ਹੁੰਦੀ ਆ। ਤਿਉਹਾਰਾਂ ਦੇ ਦਿਨਾਂ 'ਚ ਆਪਾਂ ਦੇਖਦੇ ਹਾਂ ਕਿ ਫਲਾਂ ਦੀਆਂ ਕੀਮਤਾਂ ਕਿੰਨੀਆਂ ਉੱਚੀਆਂ ਹੋ ਜਾਂਦੀਆਂ ਕਿਉਂਕਿ ਲੋਕ ਮੰਗ ਜ਼ਿਆਦਾ ਕਰਦੇ ਆ ਆਮ ਦਿਨਾਂ ਨਾਲੋਂ। ਤਾਂ ਇਹ ਹੈ ਸਫੀਤਕ ਅੰਤਰਾਲ ਇਹਨੂੰ ਕਹਿੰਦੇ ਆ। ਇਹਨੂੰ ਠੀਕ ਕਰਨ ਵਾਸਤੇ ਸੇਮ ਉਹੀ ਹੈ, ਉਹਦਾ ਉਲਟ ਕਰ ਦੇਣਾ। ਹੁਣ ਘੱਟ ਮੰਗਦਾ, ਇੱਥੇ ਬੈਂਕ ਦਰ ਵਿੱਚ ਵਾਧਾ ਹੋ ਜਾਏਗਾ
ਤਾਂ ਵਿਆਜ ਮਹਿੰਗੇ ਵਿਆਜ ਤੇ ਕਰਜ਼ ਮਿਲੇਗਾ ਬੈਂਕਾਂ ਨੂੰ ਦੀਰਘ ਕਾਲ ਦੇ ਲਈ, ਤਾਂ ਉਹ ਅੱਗੇ ਘੱਟ ਸਾਖ ਨਿਰਮਾਣ ਕਰਨਗੇ। ਫਿਰ ਜਿਹੜੀਆਂ ਪ੍ਰਤੀਭੂਤੀਆਂ ਦੀ ਜਿਹੜੀ ਵਿਕਰੀ ਆ ਉਹ ਕੀਤੀ ਜਾਵੇਗੀ, ਵਿਕਰੀ ਕਰਨਗੇ ਤਾਂ ਮੁਦਰਾ ਜਿਹੜੀ ਆ ਉਹ ਬੈਂਕ ਕੋਲੇ ਆਵੇਗੀ। ਤਾਂ ਇੱਦਾਂ ਹੀ ਨਕਦ ਰਾਖਵਾਂ ਜਿਹੜਾ ਅਨੁਪਾਤ ਉਹ 'ਚ ਵੀ ਵਾਧਾ ਕੀਤਾ ਜਾਂਦਾ, ਕਾਨੂੰਨੀ ਤਰਲਤਾ ਅਨੁਪਾਤ ਵਿੱਚ ਵਾਧਾ ਕੀਤਾ ਜਾਂਦਾ, ਤਾਂ ਕਿ ਘੱਟ ਤੋਂ ਘੱਟ ਜਿਹੜੀ ਉਹਦੀ ਮੁਦਰਾ ਦੀ ਪੂਰਤੀ ਰਵੇ। ਰੈਪੋ ਦਰ ਦੇ ਵਿੱਚ ਵੀ ਵਾਧਾ ਕੀਤਾ ਜਾਂਦਾ, ਬੈਂਕਾਂ ਨੂੰ ਮਹਿੰਗਾ ਮਿਲੇਗਾ ਸਾਖ, ਤੋਂ ਅੱਗੇ ਜਾ ਕੇ ਵੀ ਮਿਲ ਕੇ ਉਹ ਸਾਖ ਨਿਰਮਾਣ ਜਿਹੜੇ ਘੱਟ ਕਰਨਗੇ। ਰਿਵਰਸ ਰੈਪੋ ਦਰ 'ਚ ਵਾਧਾ ਕੀਤਾ ਜਾਂਦਾ ਕਿ ਬੈਂਕਾਂ ਆਪਣਾ ਜਿਹੜਾ ਵਾਧੂ ਪੈਸਾ ਹੈਗਾ ਉਹ RBI ਦੇ ਵਿੱਚ ਜਮ੍ਹਾਂ ਕਰਵਾ ਦੇਣ। ਤਾਂ ਇੱਦਾਂ ਹੀ ਗੁਣਾਤਮਕ ਸੀਮਾਂਤ ਜ਼ਰੂਰਤਾਂ 'ਚ ਵਾਧਾ ਕਰ ਦਿੱਤਾ ਜਾਂਦਾ। ਤੇ ਜਿਵੇਂ ਉਹ ਕੋਠੀ ਵਾਸਤੇ 8 ਲੱਖ ਦੀ ਥਾਂ ਤੇ ਉਹ ਮਤਲਬ ਕਿ ਉਹਦੇ 'ਚ ਸੀਮਾਂਤ ਜ਼ਰੂਰਤ ਪਹਿਲਾਂ 2 ਲੱਖ ਦੀ ਸੀ ਤੇ ਉਹ 'ਚ 3 ਲੱਖ ਦੀ ਕਰਤੀ, ਹੁਣ 7 ਲੱਖ ਦਾ ਹੀ ਲੋਨ ਮਿਲੇਗਾ ਤੇ ਜਿਹੜੀ ਉਹ ਮੁਦਰਾ ਦੀ ਪੂਰਤੀ ਘਟੇਗੀ। ਸਾਖ ਦੀ ਰਾਸ਼ਨਬੰਦੀ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਫਿਰ ਕੰਜ਼ਿਊਮਰ ਲੋਨ ਦੇ ਵਿੱਚ ਕਮੀ ਕੀਤੀ ਜਾਵੇਗੀ, ਇਹਦੇ ਨਾਲ ਮੰਗ ਘਟੇਗੀ। ਪ੍ਰਤੱਖ ਕਾਰਵਾਈ ਤੇ ਨੈਤਿਕ ਪ੍ਰਭਾਵ ਤੇ ਪ੍ਰਚਾਰ ਇਹ ਉਹੀ ਹੈ। ਫਿਰ ਹੈਗਾ ਕਿ ਜਿਹੜੇ ਵਿੱਤੀ ਨੀਤੀ ਦੇ ਵਿੱਚ ਸਰਕਾਰੀ ਖਰਚ ਦੇ ਵਿੱਚ ਕਮੀ ਕੀਤੀ ਜਾਵੇਗੀ, ਲੋਕਾਂ ਕੋਲੇ ਪੈਸਾ ਘੱਟ ਜਾਵੇਗਾ, ਘੱਟ ਮੰਗ ਕਰਨਗੇ ਤਾਂ ਇਸ 'ਚ ਕੀਮਤਾਂ ਜਿਹੜੀਆਂ ਉਹ ਘਟਣਗੀਆਂ, ਸਫੀਤਕ ਅੰਤਰਾਲ ਜਿਹੜਾ ਉਹ ਘਟੇਗਾ। ਕਰਾਂ ਦੇ ਵਿੱਚ ਟੈਕਸਾਂ 'ਚ ਵਾਧਾ ਹੋਵੇਗਾ, ਵਸਤੂਆਂ ਮਹਿੰਗੀਆਂ ਹੋ ਜਾਣਗੀਆਂ, ਲੋਕ ਘੱਟ ਖਰੀਦ ਕਰਨਗੇ, ਤਾਂ ਉਹਦੇ ਨਾਲ ਵੀ ਜਿਹੜੀ ਆ ਕੀਮਤਾਂ ਥੱਲੇ ਆਉਣ ਦਾ ਉਹਦੀ ਸੰਭਾਵਨਾ। ਤੇ ਫਿਰ ਕਰਜ਼ ਜਿਹੜਾ ਉਹਦੇ 'ਚ ਸਰਕਾਰੀ ਕਰਜ਼ ਵਿੱਚ ਜਿਹੜਾ ਉਹ ਵਾਧਾ ਕੀਤਾ ਜਾਂਦਾ। ਤੇ ਇਹ ਜਿਹੜੀਆਂ ਆਪਾਂ ਨੇ ਹੁਣ ਤੱਕ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੁਣੀਆਂ ਇਹਦੇ ਬਾਰੇ ਕਿ ਆਪਾਂ ਕਿਵੇਂ ਆਪਣੀ ਜਿਹੜੀ ਇਹ ਘੱਟ ਮੰਗ ਅਤੇ ਵੱਧ ਮੰਗ ਦੀ ਜਿਹੜੀ ਸਮੱਸਿਆ ਉਸ ਨੂੰ ਕਿਵੇਂ ਹੱਲ ਕਰ ਸਕਦੇ ਆ। ਤੇ ਘੱਟ ਮੰਗ ਦੇ ਵਿੱਚ ਦਾ ਮੇਨ ਮੁੱਦਾ ਜਿਹੜਾ ਹੈਗਾ ਉਹ ਹੈ ਕਿ ਮੁਦਰਾ ਦੀ ਪੂਰਤੀ ਨੂੰ ਅਰਥ ਵਿਵਸਥਾ ਦੇ ਵਿੱਚ ਵਧਾਉਣਾ। ਤਾਂ ਕਿਹੜੇ ਕਾਰਨਾਂ ਨਾਲ ਜਿਹੜੀ ਉਹ ਵੱਧ ਸਕਦੀ ਆ, ਤਾਂ ਉਹ ਘੱਟ ਮੰਗ ਦੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਜਾਏਗੀ ਤੇ ਉਹਦੇ ਨਾਲ ਲੋਕ ਜਿਹੜੀ ਆ ਉਹ ਅਰਥ ਵਿਵਸਥਾ ਦੇ ਵਿੱਚ ਮੁਦਰਾ ਦੀ ਪੂਰਤੀ ਵਧਾਉਣ ਵਾਸਤੇ ਵਿਆਜ ਸਸਤੇ ਵਿਆਜ ਦੇ ਉੱਤੇ ਜਿਹੜੀ ਸਸਤੀ ਮੁਦਰਾ ਦੀ ਜਿਹੜੀ ਆ ਉਹ ਨੀਤੀ ਲਾਗੂ ਕੀਤੀ ਜਾਵੇਗੀ। ਵੱਧ ਤੋਂ ਵੱਧ ਜਿਹੜਾ ਸਾਖ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਜਦੋਂ ਉਹਨਾਂ ਕੋਲੇ ਪੈਸਾ ਆਵੇ, ਮਤਲਬ ਕਿ ਜੇ ਘਰ ਬਣਾਉਣ ਵਾਸਤੇ ਜੇ 10 ਲੱਖ ਆਇਆ ਤਾਂ ਉਹਨੇ ਕਿੰਨੀਆਂ ਚੀਜ਼ਾਂ ਤੇ ਉਹ ਖਰਚ ਕਰੇਗਾ, ਤਾਂ ਇਹਦੇ ਨਾਲ ਅਰਥ ਵਿਵਸਥਾ ਦੇ ਵਿੱਚ ਜਿਹੜੀ ਕੁੱਲ ਮੰਗ ਆ ਉਹ ਵਧੇਗੀ। ਤਾਂ ਜਦੋਂ ਵੱਧ ਮੰਗ ਹੁੰਦੀ ਆ ਤਾਂ ਵੱਧ ਮੰਗ ਨੂੰ ਘੱਟ ਕਰਨ ਵਾਸਤੇ, ਮੁਦਰਾ ਦੀ ਪੂਰਤੀ ਨੂੰ ਘੱਟ ਕਰਨ ਵਾਸਤੇ ਮਹਿੰਗੀ ਮੁਦਰਾ ਦੀ ਜਿਹੜੀ ਆ ਉਹ ਨੀਤੀ ਆ ਉਹ ਅਪਣਾਈ ਜਾਂਦੀ ਹੈ। ਤੇ ਉਹਦੇ ਨਾਲ ਜਿਹੜੀ ਅਰਥ ਵਿਵਸਥਾ ਦੇ ਵਿੱਚ ਜਿਹੜੀ ਮੁਦਰਾ ਦੀ ਪੂਰਤੀ ਆ ਉਹ ਘਟਦੀ ਆ। ਮਹਿੰਗਾ ਵਿਆਜ ਜਿਹੜਾ ਉਹ ਸਾਖ ਨਿਰਮਾਣ ਵਿਆਜ ਦੀ ਦਰ ਜਿਹੜੀ ਵੱਧ ਕਰ ਦਿੱਤੀ ਜਾਂਦੀ ਆ। ਮੈਂ ਉਹੀ ਸੇਮ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਰਿਪੀਟ ਹੀ ਕਰ ਰਿਹਾ ਤੇ ਰੀਕਾਲ ਕਰਨ ਦੇ ਨਾਲ ਸਾਨੂੰ ਇਹ ਚੰਗੀ ਤਰ੍ਹਾਂ ਜਿਹੜੀ ਇਹਨਾਂ ਦੀ ਸਮਝ ਆ ਜਾਂਦੀ ਆ। ਤੇ ਹੋਰ ਇਹਦੇ 'ਚ ਇਹ ਮੇਨ ਕੁਐਸਚਨ ਜਿਹੜੇ ਇਹਦੇ 2 ਟਾਈਪ ਦਾ ਕੁਐਸਚਨ ਹੀ ਇਹਦੇ 'ਚ ਪ੍ਰੀਖਿਆ ਦੇ ਨਜ਼ਰੀਏ ਤੋਂ ਵੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾ ਤਾਂ ਇਹੀ ਹੈ ਕਿ ਜਿਹੜੀ ਘੱਟ ਮੰਗ ਦੀ ਸਮੱਸਿਆ ਹੈ ਕੀ ਆ, ਛੋਟੇ ਪ੍ਰਸ਼ਨਾਂ 'ਚ ਵੀ ਤੁਹਾਨੂੰ ਆ ਸਕਦਾ। ਘੱਟ ਮੰਗ ਕੀ ਆ ਤੇ ਵੱਧ ਮੰਗ ਕੀ ਆ, ਇਸ ਨੂੰ ਡਾਇਗਰਾਮ ਦੇ ਜਿਹੜੀ ਆ ਉਹ ਰੇਖਾ ਚਿੱਤਰ ਦੇ ਨਾਲ ਤੁਸੀਂ ਸਮਝਾਓ। ਤਾਂ ਮੈਂ ਹੁਣੇ ਜਿਹੜੀ ਡਾਇਗਰਾਮ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਤੁਸੀਂ ਆਪ ਖੁਦ ਬਣਾ ਕੇ ਦੇਖਣੀ ਆ। ਤੇ ਘੱਟ ਮੰਗ ਦਾ ਜਿਹੜਾ ਅੰਤਰ ਨੂੰ ਸਮਝਣਾ, ਉਸ ਘੱਟ ਮੰਗ ਨੂੰ ਉਸ ਨੂੰ ਵਿਸਫੀਤਕ ਅੰਤਰਾਲ ਜਿਹੜਾ ਉਹ ਕਿਹਾ ਜਾਂਦਾ ਕਿ ਇਹ ਘੱਟ ਮੰਗ ਦਾ ਅੰਤਰ ਜਿਹੜਾ ਇਸ ਨੂੰ ਇਹਦਾ ਮਤਲਬ ਜਿੰਨੀ ਮੰਗ ਚਾਹੀਦੀ ਆ ਪੂਰਨ ਰੁਜ਼ਗਾਰ ਦੇ ਪੱਧਰ ਤੇ। ਪੂਰਨ ਰੁਜ਼ਗਾਰ ਦਾ ਪੱਧਰ ਕੀ ਆ ਕਿ ਜਦੋਂ ਉਤਪਾਦਨ ਦੇ ਸਾਰੇ ਸਾਧਨਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲਿਆ ਹੋਇਆ, ਤਾਂ ਉਸ ਪੱਧਰ ਤੇ ਜਿੰਨੀ ਮੰਗ ਚਾਹੀਦੀ ਆ ਜੇ ਉਦੋਂ ਘੱਟ ਆ ਤੇ ਇਹ ਘੱਟ ਮੰਗ ਆ। ਤਾਂ ਇਹਨੂੰ ਠੀਕ ਕਰਨ ਵਾਲੇ ਜਿਹੜੇ ਉਪਾਅ ਜਿਹੜੇ ਅੱਗੇ ਫਿਰ ਅਗਲਾ ਕੁਐਸਚਨ ਜਿਹੜਾ ਉਹ ਵੱਡਾ ਕੁਐਸਚਨ ਵੀ ਤੁਹਾਨੂੰ ਆ ਸਕਦਾ ਕਿ ਜਿਹੜੇ ਘੱਟ ਮੰਗ ਨੂੰ ਠੀਕ ਕਰਨ ਦੇ ਲਈ ਕਿਹੜੇ ਉਪਾਅ ਹੈਗੇ ਆ। ਤੇ ਇਹਦੇ ਵਿੱਚ ਤੁਸੀਂ ਜੇ ਵੱਡਾ ਕੁਐਸਚਨ 6 ਨੰਬਰ ਦਾ ਤੁਹਾਨੂੰ ਆਉਂਦਾ ਤਾਂ ਫਿਰ ਤੁਸੀਂ ਮੌਦਰਿਕ ਨੀਤੀ ਦੇ ਉਪਾਅ ਵੀ ਅਤੇ ਜਿਹੜੀ ਆ ਰਾਜਕੋਸ਼ੀ ਨੀਤੀ ਵਿੱਤੀ ਨੀਤੀ ਦੇ ਉਪਾਅ ਦੋਨਾਂ ਨੂੰ ਤੁਸੀਂ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਲੈਣਾ। ਤੇ ਫਿਰ ਹੈਗਾ ਕਿ ਜੇ ਵਾਧੂ ਮੰਗ ਦੀ ਸਮੱਸਿਆ ਜਿਹੜੀ ਆ ਉਹ ਹੈਗੀ ਉਹਦੇ ਵਿੱਚ ਵੀ ਸੇਮ ਇਹੀ ਕੁਐਸਚਨ ਜੇ ਆ ਜਾਂਦਾ ਕਿ ਵੱਧ ਮੰਗ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਕੀ ਜਿਹੜੇ ਉਹ ਉਪਾਅ ਜਿਹੜੇ ਕੀਤੇ ਜਾ ਸਕਦੇ ਆ। ਤਾਂ ਇਹੀ ਮੌਦਰਿਕ ਨੀਤੀ ਵਾਲੇ ਤੇ ਫਿਰ ਰਾਜਕੋਸ਼ੀ ਨੀਤੀ ਵਾਲੇ ਮੇਨ ਸਾਡਾ ਜਿਹੜਾ ਉਦੇਸ਼ ਕੀ ਹੈਗਾ ਜਾਣੀ ਕਿ ਸਰਕਾਰ ਦਾ ਅਤੇ ਕੇਂਦਰੀ ਬੈਂਕ ਦਾ ਕਿ ਦੇਸ਼ ਵਿੱਚੋਂ ਘੱਟ ਮੰਗ 'ਚ ਮੁਦਰਾ ਦੀ ਪੂਰਤੀ ਵਧਾਈ ਜਾਵੇ ਤੇ ਵੱਧ ਮੰਗ 'ਚ ਮੁਦਰਾ ਦੀ ਪੂਰਤੀ ਘਟਾਈ ਜਾਵੇ। ਸੋ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਸਵਾਲ ਜਿਹੜੇ ਸਾਰੇ ਪ੍ਰਸ਼ਨ ਸਾਰੀ ਗੱਲਬਾਤ ਜਿਹੜੀ ਆ ਉਹ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ।
ਤੇ ਬਹੁਤ ਬਹੁਤ ਧੰਨਵਾਦ।